आखिर किवें हिम्मत पैंदी है भाजपा नूं कि दूजियां पार्टियां दे विधायकां नाल इदां दे संपर्क साधे जांदे है। सो लगदा किधरे ना किधरे फिर कमजोरी हुंदी है विधायकां दे अंदर। ਮੰਦਭਾਗੀ ਗੱਲ ਹੈ। ਮੇਰੇ ਖਿਆਲ 'ਚ ਇਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸੋਚਣਾ ਪਵੇਗਾ ਕਿ ਬੀਜੇਪੀ ਜਿਵੇਂ ਲੱਗੀ ਹੋਈ ਹੈ ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ। ਗੁਸ਼ਾ ਜੀ, ਇਸ ਤੋਂ ਬਾਅਦ ਸਿੱਧੇ ਤੌਰ ਤੇ ਸਵਾਲ ਤੁਹਾਡੇ ਵੱਲ ਬਣਦਾ ਕਿਉਂਕਿ ਭਾਜਪਾ ਵੱਲ ਗੱਲ ਕੀਤੀ ਗਈ ਹੈ। ਦਲ ਬਦਲੀ ਜਿਹੜੀ ਕਾਨੂੰਨ ਹੈ ਜਿਹੜਾ ਉਹ ਬਣਾਇਆ ਗਿਆ ਉਹ ਇਸ ਲਈ ਬਣਾਇਆ ਗਿਆ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਆਪਣੀ ਪਾਰਟੀ ਜਿਹੜਾ ਉਹ ਛੱਡ ਕੇ ਦੂਜੀ ਪਾਰਟੀ ਵਿੱਚ ਨਾ ਜਾਵੇ, ਦਲ ਬਦਲੀ ਨਾ ਕਰੇ। ਕਿ ਕਿਸ ਤਰੀਕੇ ਨਾਲ ਬਣੀਆਂ ਬਣਾਈਆਂ ਸਰਕਾਰਾਂ ਤੋੜ ਕੇ ਭਾਜਪਾ ਆਪਣੇ 'ਚ ਸ਼ਾਮਲ ਕਰ ਲੈਂਦੀ ਹੈ, ਇਸ ਕਰਕੇ ਕਹਿੰਦੇ ਸਾਡਾ ਐਲੀਗੇਸ਼ਨ ਹੈ। ਭੱਜਣ ਹੁਣ ਅਸੀਂ ਇਹਨਾਂ ਨੂੰ ਦੇਣਾ ਨਹੀਂ ਕਿਉਂਕਿ ਇਹ ਆਪਣੇ ਹੀ ਜਾਲ 'ਚ ਫਸ ਗਏ ਆ। ਇਹਨਾਂ ਨੇ ਅੱਜ ਵੀ ਨੈਸ਼ਨਲ ਚੈਨਲ ਤੇ ਬੈਠ ਕੇ ਇੱਕ ਗੱਲ ਕੀਤੀ ਹੈ ਕਿ ਕਰਨਾਟਕਾ, ਗੋਆ ਜਾਂ ਮਹਾਰਾਸ਼ਟਰ ਦਾ ਹਵਾਲਾ ਦਿੱਤਾ ਕਿ ਉੱਥੇ ਵੀ ਖਰੀਦੇ ਗਏ ਆ। ਇਹਨਾਂ ਕੋਲ ਸਬੂਤ ਹੈਗਾ। ਇਹਨਾਂ ਨੇ ਇਲਜ਼ਾਮ ਲਾਏ, ਕਦੀ ਆਡੀਓ ਜਾਂ ਵੀਡੀਓ ਕਦੀ ਜਨਤਕ ਕੀਤੀ ਹੈ? ਮਾਨ ਸਾਹਿਬ ਨੂੰ ਇਹ ਸੀਐਮ ਸਾਹਿਬ ਨੂੰ ਕਮਜ਼ੋਰ ਦਿਖਾ ਰਹੇ ਆ ਕਿ ਉਹ ਕਮਜ਼ੋਰ ਹੈ, ਆਪਣੇ ਐਮਐਲਏ ਨੂੰ ਵਿਧਾਇਕਾਂ ਨੂੰ ਸੰਭਾਲ ਨਹੀਂ ਰਹੇ ਤੇ ਉਹਨਾਂ ਦੀ ਬੋਲੀ 25-25 ਕਰੋੜ ਲੱਗੀ। ਇਹ ਚੀਮਾ ਸਾਹਿਬ ਨੇ ਦੱਸਿਆ ਵੀ ਸਾਨੂੰ 25 ਕਰੋੜ ਸਾਡੀ ਬੋਲੀ ਆ, ਸਾਨੂੰ ਇਹਨਾਂ ਦੇ ਇੱਕ ਬੰਦੇ ਦੀ ਜ਼ਰੂਰਤ ਨਹੀਂ ਹੈ ਆਪਣੇ ਕੋਲ ਰੱਖਣ। ਜਿਹੜੇ ਚੰਗੇ ਬੰਦੇ ਆਪਣੇ ਆਪ ਆਈ ਜਾਂਦੇ। ਇਹਨਾਂ ਕੋਲ ਕੋਈ ਜਾਦੂ ਦੀ ਛੜੀ ਹੈ ਜਾਂ ਬੀਜੇਪੀ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀ ਹਾਂ ਵੀ ਇਹਨਾਂ ਤੋਂ ਇੰਪ੍ਰੈਸ ਹੋ ਕੇ ਦੇਸ਼ ਦੇ ਵਿੱਚ ਵੱਖ-ਵੱਖ ਪਾਰਟੀਆਂ ਜਿਹੜੀਆਂ ਬਿਲਕੁਲ ਪੂਰੀਆਂ 2/3 ਬਹੁਮਤ ਟੁੱਟ ਜਾਂਦਾ ਹੈ। ਲੇਕਿਨ ਜਿੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਸਿਰਫ 2 ਐਮਐਲਏ ਨੇ ਤੇ ਕੀ ਇਹ 57-58 ਐਮਐਲਏ ਆਮ ਆਦਮੀ ਪਾਰਟੀ ਨੂੰ ਲੈ ਜਾਣਗੇ? ਇਹ ਕਿਤੇ ਕੋਈ ਗੱਲ ਹਜ਼ਮ ਨਹੀਂ ਹੁੰਦੀ। ਜੀ ਜੀ, ਪੂਰੀ ਦੀ ਪੂਰੀ ਪਾਰਟੀ ਮੁੱਖ ਮੰਤਰੀ ਸਮੇਤ ਹੀ ਦੂਜੇ ਪਾਸੇ ਚਲੇ ਗਏ ਸੀ। ਸਾਰੀ ਬਣੀ ਬਣਾਈ ਗੱਡੀ ਦੂਜੇ ਸਟੇਸ਼ਨ ਤੇ ਪਹੁੰਚ ਗਈ ਸੀ। ਇਸ ਮਾਮਲੇ ਦੇ ਵਿੱਚ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਤੇ ਇਹ ਮੈਂ ਸਮਝਦਾ ਬੜੀ ਵਾਜਬ ਗੱਲ ਹੈ ਕਿਉਂਕਿ ਜਿਸ ਇਨਸਾਨ ਦੇ ਉੱਤੇ ਦੋਸ਼ ਲੱਗਿਆ ਹੋਵੇ ਤੇ ਉਹ ਆਪ, ਚਾਹੇ ਇਨਸਾਨ ਹੈ ਚਾਹੇ ਕੋਈ ਸੰਗਠਨ ਹੈ, ਉਹ ਆਪ ਇਹ ਮੰਗ ਕਰੇ ਕਿ ਤੁਸੀਂ ਭਾਈ ਇਹ ਜਾਂਚ ਕਰਾਓ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ। ਇਹ ਪਹਿਲੀ ਗੱਲ ਤਾਂ ਐਮਐਲਏ ਵਿਕਾਊ ਕਿਉਂ ਨੇ, ਔਰ ਦੂਸਰੀ ਗੱਲ ਇਹਨਾਂ ਦੇ ਐਮਐਲਏ ਦਾ ਵਿਕਾਊ ਹੋਣਾ ਤਾਂ ਜ਼ਾਹਰ ਹੀ ਹੋ ਗਿਆ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਲਿਸਟ ਦੱਸਦਾ। ਚਾਹੇ ਗੱਲ ਕਰ ਲਓ ਵਿਜੇ ਸਿੰਗਲਾ ਦੀ, ਚਾਹੇ ਗੱਲ ਕਰ ਲਓ ਫੌਜਾ ਸਿੰਘ ਸਰਾਰੀ ਦੀ, ਚਾਹੇ ਹਰਮੀਤ ਸਿੰਘ ਪਠਾਨ ਮਾਜਰੇ ਦੀ ਘਰਵਾਲੀ ਅੱਜ ਕਹਿ ਰਹੀ ਹੈ ਕਿ ਇਹਨੇ ਬਹੁਤ ਗਲਤ ਤਰੀਕੇ ਨਾਲ, ਕਿਉਂਕਿ ਇੱਕ ਬੰਦੇ ਦੀ ਵਾਈਫ ਜਿਹੜੀ ਹੈ ਉਸ ਤੋਂ ਜ਼ਿਆਦਾ ਉਹਨੂੰ ਕੋਈ ਨਹੀਂ ਜਾਣਦਾ ਹੁੰਦਾ, ਤੇ ਉਹ ਦੱਸ ਰਹੀ ਹੈ ਕਿ ਕਿਸ ਤਰੀਕੇ ਨਾਲ ਇਹਨੇ ਪੈਸੇ ਕਮਾਏ ਕਰਪਸ਼ਨ ਕਰਕੇ। ਫਿਰ ਉਸ ਤੋਂ ਬਾਅਦ ਜੈ ਕਿਸ਼ਨ ਰੋੜੀ, ਉਹਦਾ ਕੋਈ ਬੜਤੇ ਬਦਲੀਆਂ ਦੇ ਪੈਸੇ ਲੈਣ ਦਾ ਇਲਜ਼ਾਮ ਲੱਗੇ। ਉਸ ਤੋਂ ਬਾਅਦ ਕੁਲਜੀਤ ਰੰਧਾਵਾ ਐਮਐਲਏ ਹੈ, ਉਹ ਥਾਣੇਦਾਰਾਂ ਤੋਂ ਗੁਰਾਈ ਕਰ ਰਿਹਾ। ਅੱਛਾ, ਦਿਨੇਸ਼ ਚੱਡਾ ਲੋਕਾਂ ਦੇ ਬਿਜ਼ਨਸ ਟੇਕ ਓਵਰ ਕਰ ਰਿਹਾ, ਉਹ ਤੇ ਇਲਜ਼ਾਮ ਲੱਗ ਗਏ ਨੇ। ਖਲਾਰਾ ਪਿਆ ਵਾ ਪੰਜਾਬ ਦੇ ਅੰਦਰ। ਸਾਰੀਆਂ ਪੋਲੀਟੀਕਲ ਪਾਰਟੀਆਂ, ਭ੍ਰਿਸ਼ਟਾਚਾਰ ਦਾ ਮੁੱਦਾ, ਇਸੇ ਤਰੀਕੇ ਨਾਲ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਮਾਮਲਾ ਤੇ ਹੁਣ ਜਾਂਚ ਦੇ ਮਾਮਲਿਆਂ ਨੂੰ ਲੈ ਕੇ ਜੋ ਘਮਸਾਨ ਮਚਿਆ, ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਦਿੱਲੀ ਦੀ ਕੇਂਦਰੀ ਸਰਕਾਰ ਦੀ ਕੈਬਨਿਟ ਵਿੱਚ ਇਹੋ ਜਿਹੇ ਬੰਦੇ ਆ, ਫਿਰ ਤੁਸੀਂ ਉਹਨਾਂ ਤੋਂ ਉਮੀਦ ਕੀ ਕਰਦੇ ਆ? ਤੁਸੀਂ ਹੱਦ ਕਰਦੇ, ਤੁਸੀਂ ਉਮੀਦ ਇਹ ਕਰਦੇ ਕੋਈ ਸੰਵਿਧਾਨ ਦੇ ਮੁਤਾਬਕ ਚੱਲਣ, ਉਹ ਕਾਨੂੰਨ ਦੇ ਮੁਤਾਬਕ ਚੱਲਣ, ਉਹ ਜਿਹੜੇ ਸੰਵਿਧਾਨ ਦੇ ਵਿੱਚ ਸੋਸ਼ਲ ਵੈਲਫੇਅਰ ਸਟੇਟ ਲਿਖੀ ਹੋਈ ਆ, ਗਰੀਬਾਂ ਨੂੰ ਉੱਪਰ ਚੁੱਕਣ ਲਈ ਸਾਰਾ ਕੁਝ ਡਾਇਰੈਕਟਿਵ ਪ੍ਰਿੰਸੀਪਲਸ ਹੈਗੇ ਆ, ਫੰਡਾਮੈਂਟਲ ਰਾਈਟਸ ਹੈਗੇ, ਤੁਸੀਂ ਉਹਨਾਂ ਦੀਆਂ ਇੱਥੇ ਬੈਠੇ ਆਪਾਂ ਗੱਲਾਂ ਕਰਦੇ ਆ। ਉਹ ਕਦੀ ਹੋਣਾ ਨਹੀਂ ਹੋਣਾ। ਇਸ ਮੁੱਦੇ ਤੇ ਲੋਕਾਂ ਦੇ ਮੁੱਦਿਆਂ ਨੂੰ ਛੱਡ ਕੇ ਜਿਹੜਾ ਇੱਕ ਦੂਜੇ ਦੀਆਂ ਪਿੱਠਾਂ ਥਪਥਪਾਈਆਂ ਜਾ ਰਹੀਆਂ, ਜਿਹੜੇ ਅਸਲੀ ਮੁੱਦੇ ਆ ਉਹਨਾਂ ਤੋਂ ਧਿਆਨ ਭਟਕਾਉਣ ਦੀ ਗੱਲ ਹੈ। ਇਸ ਕਰਕੇ ਰੋਲਾ ਪਾ ਰਹੇ ਭਗਵੰਤ ਮਾਨ ਜੀ ਨੂੰ ਕਮਜ਼ੋਰ ਸਾਬਿਤ ਕਰਨਾ ਚਾਹੁੰਦੇ, ਪੰਜਾਬ ਦੇ ਚ ਰਾਘਵ ਚੱਡੇ ਨੂੰ ਅੱਗੇ ਲਿਆਉਣਾ ਚਾਹੁੰਦੇ ਆ। ਇਹ ਸਾਰਾ ਖੇਡ ਇੱਕ ਨੰਬਰ ਤੇ ਇਹ ਰਚਿਆ ਤੇ ਦੂਜਾ ਇਹਨਾਂ ਦੇ ਬੰਦੇ ਜਿਹੜੇ ਕਰਪਸ਼ਨ, ਸੁਣੋ ਜੀ, ਦੂਜਾ ਕਰਪਸ਼ਨ ਦੇ ਵਿੱਚ ਇਹਨਾਂ ਦੇ ਜਿੰਨੇ ਬੰਦੇ ਆ, ਕਵਰੇਜ ਵੀ ਨਹੀਂ, ਸਾਰੇ ਬੰਦੇ ਗਿਣਾਤੇ। ਮੈਂ ਬਾਰ-ਬਾਰ ਨਾਮ ਗਿਣਾਉਣਾ ਨਹੀਂ ਚਾਹੁੰਦਾ। ਜੇ ਆਪ ਦੇ ਵਿਧਾਇਕ ਇੰਨੇ ਹੀ ਅਖਲਾਕ ਵਾਲੇ ਆ, ਸੱਚੇ ਸੁੱਚੇ ਆ, ਤਾਂ ਫਿਰ ਉਹਨਾਂ ਨੂੰ ਤੋੜਨ ਦਾ ਕੀ ਡਰ ਹੈ? ਕਿਉਂ ਖਦਸ਼ਾ? ਨਹੀਂ, ਜੇ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਖਰੀਦਣ ਦੀ ਕੀਤੀ ਤੇ ਫਿਰ ਐਫਆਈਆਰ ਕਰ ਦਿੰਦੇ ਨਾ ਬੰਦੇ ਤੇ। ਉਹ ਐਫਆਈਆਰ ਦੇ ਮੁੱਦੇ ਤੇ ਗੱਲ ਕਰ ਰਿਹਾ ਸੰਧੂ ਸਾਹਿਬ। ਉਹ ਕਹਿੰਦੇ ਕਿ ਵੀ ਬਾਈ ਨੇਮ ਐਫਆਈਆਰ ਜਿਹੜੇ ਦੋਸ਼ੀ ਜਿਹੜੇ ਬੰਦਿਆਂ ਨੇ ਫੋਨ ਕੀਤੇ ਜਾਂ ਥ੍ਰੈਟਸ ਕੀਤੀਆਂ, ਕਹਿੰਦੇ ਬਾਈ ਨੇਮ ਕਿਉਂ ਨਹੀਂ ਸਾਹਮਣੇ ਲਿਆਂਦੀ ਗਈ ਗੱਲ ਜੀ। ਮਸਲਾ ਇਸ ਗੱਲ ਦਾ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਨੇ, ਇਹ ਸ਼ਗੂਫੇਬਾਜ਼ੀ ਹੈ। ਇਹ ਸਿਰਫ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਦਨਾਮੀ ਹੈ ਨਾ,
ਨਹੀਂ ਕੋਈ ਕਹਿਣਾ ਵੀ ਇਹਨਾਂ ਗੱਲ ਕੁਛ। ਵੇਖੋ, ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਕਲੀਅਰ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਕਰਨੀਆਂ ਨੇ। ਜੀ ਹਰ ਇੱਕ ਗੱਲ ਵਿਸ਼ਾ ਜਿਹੜਾ ਕੋਈ ਇਹ ਨਹੀਂ ਵੀ ਅੱਧ ਵਾਟੇ ਰਹਿ ਜਾਣੀ ਹੈ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੇ ਅੰਦਰ ਜਿਹੜੀਆਂ ਮੌਜੂਦਾ ਪਰਿਸਥਿਤੀਆਂ ਬਣੀਆਂ ਹੈ, ਖਾਸ ਤੌਰ ਤੇ ਆਪ ਵੱਲੋਂ ਜੇ ਗੱਲ ਕਹੀ ਗਈ ਹੈ ਕਿ ਸਾਡੇ ਵਿਧਾਇਕਾਂ ਦੀ ਬੋਲੀ ਲੱਗ ਰਹੀ ਹੈ 25 ਕਰੋੜ ਰੁਪਏ ਦੀ ਗੱਲ, ਜਿਸ ਤੋਂ ਬਾਅਦ ਖਰੀਦੋ ਫਰੋਖਤ ਦਾ ਮਾਮਲਾ ਜਦੋਂ ਆਪ ਵੱਲੋਂ ਲਿਆਂਦਾ ਗਿਆ ਹੈ, ਤਾਂ ਉਸ ਤੋਂ ਬਾਅਦ ਐਸਾ ਘਮਸਾਨ ਮਚਿਆ ਕਿ ਘਮਸਾਨ ਕਿਧਰੇ ਥੰਮਣ ਦਾ ਨਾਂ ਨਹੀਂ ਲੈ ਰਿਹਾ। ਆਮ ਆਦਮੀ ਪਾਰਟੀ ਵੱਲੋਂ ਲਿਖਤੀ ਤੌਰ ਤੇ ਸ਼ਿਕਾਇਤ ਕੀਤੀ ਗਈ ਹੈ ਡੀਜੀਪੀ ਨੂੰ ਕਿ ਸਾਡੇ ਫਲਾਂ ਵਿਧਾਇਕ ਜਿਹੜਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਇੱਦਾਂ ਦੀ ਜਿਹੜੀ ਖਰੀਦੋ ਫਰੋਖਤ ਦੀ ਬੋਲੀ ਦੀ ਗੱਲ ਕੀਤੀ ਗਈ ਹੈ, ਔਰ ਇਹ ਵੀ ਕਿਹਾ ਗਿਆ ਕਿ ਸਬੂਤਾਂ ਸਮੇਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵਿਜੀਲੈਂਸ ਹਾਊਸ ਦੀ ਟੀਮ ਵੱਲੋਂ ਜਿਹੜੀ ਜਾਂਚ ਹੋਏਗੀ ਤੱਥ ਜਿਹੜੇ ਸਾਹਮਣੇ ਆਉਣਗੇ। ਇਹਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦਾ ਵਫਦ ਅੱਜ ਗਵਰਨਰ ਨੂੰ ਮਿਲਿਆ। ਉਹਨਾਂ ਨੇ ਕਿਹਾ ਕਿ ਸਿਟਿੰਗ ਜੱਜ ਤੋਂ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਪਤਾ ਲੱਗੇ ਕਿ ਇਹਦੇ 'ਚ ਸੱਚਾਈ ਕੀ ਹੈ, ਜਿਹੜੇ ਦੋਸ਼ ਲੱਗ ਰਹੇ ਹੈ। ਇਸ ਤੋਂ ਜੇ ਕਦਮ ਅੱਗੇ ਜਾ ਕੇ ਆਪਾਂ ਗੱਲ ਕਰੀਏ, ਆਪ ਦੇ ਸੀਨੀਅਰ ਨੇਤਾ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ, ਉਹਨਾਂ ਵੱਲੋਂ ਉਚੇਚੇ ਤੌਰ ਤੇ ਗੱਲ ਕਹੀ ਗਈ ਹੈ ਕਿ ਜੇ ਜਾਂਚ ਕਰਾਉਣ ਦੀ ਗੱਲ ਹੀ ਹੈ ਤਾਂ ਫਿਰ ਜਿਹੜਾ ਹੈਗਾ ਸੁਪਰੀਮ ਕੋਰਟ ਤੋਂ ਜਾਂਚ ਕਰਾਈ ਜਾਵੇ, ਤੇ ਦੂਜੇ ਜਿਹੜੇ ਹੋਰ ਜਿਹੜੇ ਇਸ ਮਾਮਲੇ ਜਿਹੜੇ ਸਟੇਟਸ ਜਿਹੜੀਆਂ ਹੈਗੀਆਂ, ਰਾਜ ਹੈਗੇ ਜਿਨ੍ਹਾਂ 'ਚ ਇੱਦਾਂ ਦੀ ਉਥਲ ਪੁਥਲ ਹੋਈ ਹੈ, ਉਹਨਾਂ ਨੂੰ ਵੀ ਜਾਂਚ ਦੇ ਘੇਰੇ 'ਚ ਲਿਆਂਦਾ ਜਾਵੇ। ਅਕਾਲੀ ਦਲ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਰਿਹਾ। ਅਕਾਲੀ ਦਲ ਦਾ ਕਹਿਣਾ ਫਿਰ ਜਾਂਚ ਦਾ ਮਾਮਲਾ ਤੇ ਅਮਿਤ ਸ਼ਾਹ ਦੇ ਹਵਾਲੇ ਕੀਤਾ ਜਾਵੇ, ਜਿਹੜੇ ਕੇਂਦਰੀ ਗ੍ਰਹਿ ਮੰਤਰੀ ਆ, ਤਾਂ ਕਿ ਸੱਚ ਜਾਂ ਜੋ ਵੀ ਤੱਥ ਹੈਗੇ ਸਾਹਮਣੇ ਆਉਣੇ ਚਾਹੀਦੇ ਹੈ। ਇਸ ਤਰ੍ਹਾਂ ਦਾ ਘਮਸਾਨ ਮੈਂ ਬੀਇੰਗ ਏ ਜਰਨਲਿਸਟ ਕਹਿ ਸਕਦਾ ਹਾਂ ਕਿ ਸ਼ਾਇਦ ਪੰਜਾਬ ਦੇ ਅੰਦਰ ਕਾਫੀ ਲੰਬੇ ਸਮੇਂ ਬਾਅਦ ਇੱਕ ਹਾਕਮ ਧਿਰ ਦੇ ਮੁੱਦੇ ਨੂੰ ਲੈ ਕੇ ਤੇ ਉਸ ਧਿਰ ਦੀ ਸਰਕਾਰ ਡਿੱਗਣ ਦੇ ਮਾਮਲੇ ਨੂੰ ਲੈ ਕੇ ਪਿਛਲੇ ਕਈ ਦਹਾਕਿਆਂ 'ਚ ਮੈਂ ਇੱਦਾਂ ਦਾ ਘਮਸਾਨ ਪੰਜਾਬ 'ਚ ਮਚਿਆ ਦੇਖਿਆ ਨਹੀਂ, ਕਿਧਰੇ ਨਜ਼ਰ ਨਹੀਂ ਆਇਆ। ਇਹਨਾਂ ਮੁੱਦਿਆਂ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਜਿਹੜੇ ਸਾਡੇ ਮਹਿਮਾਨ ਜੁੜ ਚੁੱਕੇ ਆ ਮੇਰੇ ਨਾਲ, ਜਿਨ੍ਹਾਂ ਦੇ 'ਚ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਇੰਦਰਜੀਤ ਸੰਧੂ ਜੀ ਨੇ, ਕਾਂਗਰਸ ਪਾਰਟੀ ਦੇ ਬੁਲਾਰੇ ਨੇ ਕਮਰ ਹਰਪ੍ਰੀਤ ਸਿੰਘ ਜੀ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਾਡੇ ਨਾਲ ਉਹਨਾਂ ਨੇ ਆਉਣ ਦੇ ਲਈ ਜੁੜਨ ਦੇ ਲਈ ਕੋਸ਼ਿਸ਼ ਕੀਤੀ ਗਈ ਹੈ, ਪਰ ਕਿਸੇ ਟੈਕਨੀਕਲ ਵਜ੍ਹਾ ਕਰਕੇ ਨਹੀਂ ਜੁੜ ਸਕੇ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸਾਡੇ ਨਾਲ ਗੁਰਦੀਪ ਗੋਸ਼ਾ ਜੀ ਕਿ ਇਸ ਮੁੱਦੇ ਤੇ ਸਿਟਿੰਗ ਜੱਜ ਤੋਂ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ। ਕਿਵੇਂ ਦੇਖਦੇ ਹੋ ਜੋ ਭਾਜਪਾ ਨੇ ਸਵਾਲ ਖੜਾ ਕੀਤਾ ਹੈ? ਸ਼ਾਮਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖੋ, ਆਪਰੇਸ਼ਨ ਲੋਟਸ ਜਿਹੜਾ ਪੂਰੇ ਭਾਰਤ ਵਿੱਚ ਚੱਲ ਰਿਹਾ ਹੈ ਔਰ ਬੜਾ ਚਰਚਾ 'ਚ ਬਣਿਆ ਹੋਇਆ ਆਪਰੇਸ਼ਨ ਲੋਟਸ, ਔਰ ਇਹ ਹੈ ਕੀ ਹੈ? ਵੇਖੋ, ਇਹਨਾਂ ਦੇ ਵੱਖ-ਵੱਖ ਲੋਕ ਬੀਜੇਪੀ ਦੇ ਇਹਨਾਂ ਦੇ ਇੱਕ ਵਿੰਗ ਵਜੋਂ ਜਿਹੜਾ ਕੰਮ ਕਰ ਰਿਹਾ ਹੈ, ਔਰ ਉਹ ਵਿੰਗ ਜਿਹੜਾ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੋਕਾਂ ਨੂੰ ਖਰੀਦੋ ਫਰੋਖਤ ਕਰਕੇ ਬੀਜੇਪੀ ਦੀਆਂ ਸਰਕਾਰਾਂ ਬਣਾ ਰਿਹਾ ਹੈ। ਔਰ ਤੁਹਾਨੂੰ ਇਹ ਚੰਗੀ ਤਰ੍ਹਾਂ ਤੁਹਾਡੀ ਜਾਣਕਾਰੀ 'ਚ ਕਿ ਕਿਵੇਂ ਕਰਨਾਟਕਾ 'ਚ ਜਿਹੜਾ ਕਾਂਗਰਸ ਤੇ ਜੇਡੀਐਸ ਦੇ 17 ਵਿਧਾਇਕਾਂ ਨੂੰ ਖਰੀਦ ਕੇ ਜਿਹੜੀ ਭਾਜਪਾ ਨੇ ਸਰਕਾਰ ਬਣਾਈ ਸੀ, ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਜਿਹੜਾ 22 ਵਿਧਾਇਕ ਕਾਂਗਰਸ ਦੇ ਜਿਹੜੇ ਨੇ ਉਹ ਖਰੀਦੇ ਸਨ। ਹਾਲੀਆ ਜਿਹੜਾ ਗੋਆ ਦੇ ਵਿੱਚ ਵੀ ਤੁਹਾਡੇ ਧਿਆਨ 'ਚ ਕਿ 8 ਵਿਧਾਇਕ ਕਿਵੇਂ ਉਹਨਾਂ ਨੇ ਖਰੀਦੇ, ਔਰ ਇਸੇ ਤਰੀਕੇ ਨਾਲ 40 ਦੇ ਲਗਭਗ ਵਿਧਾਇਕ ਜਿਹੜੇ ਨੇ ਸ਼ਿਵ ਸੈਨਾ ਦੇ ਜਿਹੜੇ ਨੇ ਉਹ ਮਹਾਰਾਸ਼ਟਰ ਦੇ ਵਿੱਚ ਹੁਣ ਖਰੀਦ ਕੇ ਉਹਨਾਂ ਨੇ ਉੱਥੇ ਸਰਕਾਰ ਜਿਹੜੀ ਬਣਾਈ। ਸੋ ਇਹ ਲਗਾਤਾਰ ਜਿਹੜੇ ਲੱਗੇ ਹੋਏ ਨੇ ਬਣਾਈਆਂ ਸਰਕਾਰਾਂ ਵੀ ਜਿਹੜੀਆਂ ਆਪਦੇ ਵਿੱਚ ਸ਼ਾਮਲ ਕਰਾ ਲੈਂਦੇ ਨੇ, ਔਰ ਤੋੜ ਭੰਨ ਕਰਨ ਦਾ ਜਿਹੜਾ ਤਰੀਕਾ ਹੈ, ਵੇਖੋ ਹੋਇਆ ਕਿਵੇਂ। ਦਲ ਬਦਲੀ ਜਿਹੜੀ ਕਾਨੂੰਨ ਹੈ ਜਿਹੜਾ ਉਹ ਬਣਾਇਆ ਗਿਆ, ਉਹ ਇਸ ਲਈ ਬਣਾਇਆ ਗਿਆ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਆਪਣੀ ਪਾਰਟੀ ਜਿਹੜਾ ਉਹ ਛੱਡ ਕੇ ਦੂਜੀ ਪਾਰਟੀ ਵਿੱਚ ਨਾ ਜਾਵੇ, ਦਲ ਬਦਲੀ ਨਾ ਕਰੇ ਤੇ ਇਹ ਖਰੀਦੋ ਫਰੋਖਤ ਦਾ ਮਸਲਾ ਰੁਕੇ। ਪਰ ਇਹਨਾਂ ਨੇ ਆਪਰੇਸ਼ਨ ਉਹ ਵੱਡੇ ਪੱਧਰ ਤੇ ਚਲਾ ਦਿੱਤਾ। ਉਸ ਕਾਨੂੰਨ ਤੋਂ ਬਚਣ ਲਈ ਇਹਨਾਂ ਨੇ ਤਰੀਕਾ ਲੱਭ ਲਿਆ ਕਿ 2/3 ਬੰਦਿਆਂ ਨਾਲ ਸੰਪਰਕ ਕਰੋ
ਤੇ ਜਦੋਂ 2/3 ਬੰਦਿਆਂ ਨੂੰ ਤੁਸੀਂ ਇੱਕਦਮ ਸ਼ਾਮਲ ਕਰਾ ਲੋਗੇ ਤਾਂ ਉਹਨਾਂ ਤੇ ਦਲ ਵਿਰੋਧੀ ਕਾਨੂੰਨ ਹੈ ਜਿਹੜਾ ਉਹ ਸ਼ਾਮਲ ਨਹੀਂ, ਜਿਹੜਾ ਉਹ ਲਾਗੂ ਨਹੀਂ ਹੋਵੇਗਾ ਜੀ। ਸੋ ਇਸ ਲਈ ਇਹਨਾਂ ਨੇ ਜਿਹੜਾ ਇਹ ਤਰੀਕਾ ਅਪਣਾਇਆ ਹੋਇਆ ਹੈ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਇਸ ਟਰਾਈ ਦੇ ਉੱਪਰ ਹੈਗੇ ਨੇ ਔਰ ਵੱਧ ਤੋਂ ਵੱਧ ਲੋਕਾਂ ਨਾਲ ਇਹ ਸੰਪਰਕ, ਮੇਰਾ ਮੰਨਣਾ ਹੈ ਕਿ ਕਿਉਂਕਿ ਜਿਹੜੀ ਆਪਣੀ ਆਦਤ ਦੇ ਮੁਤਾਬਕ ਜਿਵੇਂ ਇਹਨਾਂ ਨੇ ਵੱਖ-ਵੱਖ ਸਟੇਟਾਂ ਦੇ ਵਿੱਚ 2/3 ਲੋਕਾਂ ਨਾਲ ਸੰਪਰਕ ਕੀਤਾ ਹੈ, ਤਾਂ ਮੇਰੇ ਖਿਆਲ 'ਚ ਇਹਨਾਂ ਨੇ ਇੱਥੇ ਵੀ ਵੱਧ ਤੋਂ ਵੱਧ ਲੋਕਾਂ ਨਾਲ ਜਿਹੜਾ ਸੰਪਰਕ ਕੀਤਾ ਹੋਏਗਾ। ਔਰ 10 ਵਿਧਾਇਕਾਂ ਨੇ ਤਾਂ ਤੁਹਾਡੇ ਸਾਹਮਣੇ ਜਿਹੜਾ ਚੀਮਾ ਸਾਹਿਬ ਨਾਲ ਪ੍ਰੈਸ ਕਾਨਫਰੰਸ ਵਿੱਚ ਵੀ ਉਹਨਾਂ ਨੇ ਆਪਦੀ ਹਾਜ਼ਰੀ ਜਿਹੜੀ ਉਹ ਲਵਾਈ ਸੀ ਔਰ ਅੱਜ ਵੀ ਜਿਹੜੇ ਬਹੁਤ ਵਿਧਾਇਕ ਨੇ ਜਿਹੜੇ ਉਹ ਸ਼ਿਕਾਇਤ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਹੈ ਔਰ ਉਹਦੀ ਜਾਂਚ ਵਾਸਤੇ ਬੇਨਤੀ ਕੀਤੀ ਹੈ ਤੇ ਉਹਦੇ ਵਾਸਤੇ ਗਏ ਨੇ, ਉਹਦੇ ਵਿੱਚ ਉਹਨਾਂ ਨੇ ਉਹ ਸ਼ਾਮਲ ਹੋਏ ਨੇ। ਸੋ ਇਹ ਬਹੁਤ ਮੰਦਭਾਗੀ ਗੱਲ ਹੈ। ਮੇਰੇ ਖਿਆਲ 'ਚ ਇਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸੋਚਣਾ ਪਵੇਗਾ ਕਿ ਬੀਜੇਪੀ ਜਿਵੇਂ ਲੱਗੀ ਹੋਈ ਹੈ ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਔਰ ਇਹਨੂੰ ਰੋਕਣ ਵਾਸਤੇ ਇਹਨਾਂ ਨੂੰ ਕੋਈ ਨਾ ਕੋਈ ਉਪਰਾਲੇ ਕਰਨੇ ਚਾਹੀਦੇ ਨੇ। ਜੀ ਸੰਧੂ ਸਾਹਿਬ, ਤੁਹਾਡਾ ਜਵਾਬ ਆ ਗਿਆ। ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ, ਪਰ ਇੱਕ ਨਿੱਕਾ ਜਿਹਾ ਸਵਾਲ ਜ਼ਰੂਰ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਕਿਹਾ ਕਿ 2/3 ਜਿਹੜੇ ਹੈਗੇ ਆ ਜਾਂ ਇੱਦਾਂ ਲੋਕਾਂ ਨਾਲ ਕਿਵੇਂ ਕਹਾਂਗੇ ਵਿਧਾਇਕਾਂ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕੀਤੀ ਗਈ। ਜਿਹੜਾ ਸਵਾਲ ਮੈਂ ਸੰਧੂ ਸਾਹਿਬ ਇਹ ਲੈਣਾ ਚਾਹੁੰਦਾ ਕਿ ਦੇਖੋ ਜਿਹੜੇ ਵਿਧਾਇਕ ਤਾਂ ਆਪਣੀਆਂ ਪਾਰਟੀਆਂ ਦੇ ਹੈ ਨਾ ਜੀ, ਆਖਰ ਕਿਵੇਂ ਹਿੰਮਤ ਪੈਂਦੀ ਹੈ ਭਾਜਪਾ ਨੂੰ ਕਿ ਦੂਜੀਆਂ ਪਾਰਟੀਆਂ ਦੇ ਵਿਧਾਇਕਾਂ ਨਾਲ ਇਦਾਂ ਦੇ ਸੰਪਰਕ ਸਾਧੇ ਜਾਂਦੇ ਆ। ਸੋ ਲੱਗਦਾ ਕਿਧਰੇ ਨਾ ਕਿਧਰੇ ਫਿਰ ਕਮਜ਼ੋਰੀ ਹੁੰਦੀ ਹੈ ਵਿਧਾਇਕਾਂ ਦੇ ਅੰਦਰ। ਨਹੀਂ ਵੇਖੋ, ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਦਿੱਲੀ ਦੇ ਵਿੱਚ ਵੀ ਉੱਥੇ 28 MLA ਸਨ ਕੁੱਲ। ਜਦੋਂ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਸਾਡਾ ਇੱਕ ਵੀ ਵਿਧਾਇਕ ਉੱਥੇ ਹਿੱਲਿਆ ਨਹੀਂ ਸੀ ਔਰ ਹੁਣ ਵੀ ਜਦੋਂ ਦਿੱਲੀ ਦੇ ਵਿੱਚ ਉੱਥੇ ਤਕਰੀਬਨ 62-63 MLA ਜਿਹੜੇ ਹੈਗੇ ਨੇ ਉੱਥੇ ਹੁਣ ਵੀ ਇਹਨਾਂ ਦੀ ਉੱਥੇ ਕੋਸ਼ਿਸ਼ ਸਫਲ ਨਹੀਂ ਹੋਈ ਤੇ ਪੰਜਾਬ ਦੇ ਵਿੱਚ ਵੀ ਇਹ ਹੋਣੀ ਨਹੀਂ। ਪਰ ਇਹ ਜ਼ਰੂਰ ਹੈਗਾ ਕਿ ਇਹ ਆਪਣੀ ਆਦਤ ਦੇ ਮੁਤਾਬਕ ਕਿਉਂਕਿ ਕਾਂਗਰਸ ਵਾਲੇ ਔਰ ਦੂਜੀਆਂ ਪਾਰਟੀਆਂ ਦੇ ਲੋਕ ਜਿਹੜੇ ਨੇ ਉਹ ਛੇਤੀ ਇਹਨਾਂ ਦੇ ਹੱਥ 'ਚ ਆ ਜਾਂਦੇ ਨੇ। ਪਰ ਸਾਡੇ ਵਿਧਾਇਕ ਨੂੰ ਤਾਂ ਅਸੀਂ ਉਹਨਾਂ ਨੇ ਸ਼ਰੇਆਮ ਕਿਹਾ ਕਿ ਉਹਨਾਂ ਨੂੰ ਕਾਲਸ ਵੀ ਆਈਆਂ ਨੇ ਔਰ ਉਹਨਾਂ ਨੇ ਇਹ ਵੀ ਆਖਿਆ ਕਿ ਹਾਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਜਾਨੋਂ ਮਾਰਨ ਦੀਆਂ। ਉਹਨਾਂ ਨੇ ਸਾਰਾ ਕੁਝ ਓਪਨਲੀ ਮੀਡੀਆ ਦੇ ਵਿੱਚ ਆ ਕੇ ਗੱਲ ਕਹੀ ਹੈ। ਇਹ ਕੋਈ ਲੁਕੀ ਛੁਪੀ ਤਾਂ ਕੋਈ ਗੱਲ ਹੈ ਨਹੀਂ। ਇਸ ਲਈ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ, ਤੁਸੀਂ ਬਣੇ ਰਹੋ ਸਾਡੇ ਨਾਲ। ਮੈਂ ਫੇਰ ਆਵਾਂਗਾ ਇਹਨਾਂ ਸਵਾਲਾਂ ਲੈ ਕੇ। ਗੁਸ਼ਾ ਜੀ, ਇਸ ਤੋਂ ਬਾਅਦ ਸਿੱਧੇ ਤੌਰ ਤੇ ਸਵਾਲ ਤੁਹਾਡੇ ਵੱਲ ਬਣਦਾ ਕਿਉਂਕਿ ਭਾਜਪਾ ਵੱਲ ਗੱਲ ਕੀਤੀ ਗਈ ਹੈ। ਉਹ ਕਹਿੰਦੇ ਕਿ ਜੋ ਆਪ ਵੱਲੋਂ ਤੱਥ ਪੇਸ਼ ਕੀਤੇ ਜਾ ਰਹੇ ਉਹ ਕਹਿੰਦੇ ਇਕੱਲੀ ਸਾਡੀ ਗੱਲ ਨਹੀਂ, ਪੂਰੇ ਮੁਲਕ ਦੇ ਅੰਦਰ ਉਹਨਾਂ ਨੇ ਕਈ ਸਟੇਟਾਂ ਦਾ ਨਾਂ ਲਿਆ ਗੋਆ ਸਮੇਤ ਕਿ ਕਿਸ ਤਰੀਕੇ ਨਾਲ ਬਣੀਆਂ ਬਣਾਈਆਂ ਸਰਕਾਰਾਂ ਤੋੜ ਕੇ ਭਾਜਪਾ ਆਪਣੇ 'ਚ ਸ਼ਾਮਲ ਕਰ ਲੈਂਦੀ ਹੈ। ਇਸ ਕਰਕੇ ਕਹਿੰਦੇ ਸਾਡਾ ਐਲੀਗੇਸ਼ਨ ਹੈ। ਇਦਾਂ ਵੀ ਸਿੱਧੂ ਸਾਹਿਬ ਭੱਜਣ ਅਸੀਂ ਇਹਨਾਂ ਨੂੰ ਦੇਣਾ ਨਹੀਂ ਕਿਉਂਕਿ ਇਹ ਆਪਣੇ ਹੀ ਜਾਲ 'ਚ ਫਸ ਗਏ ਆ। ਇਹਨਾਂ ਨੇ ਅੱਜ ਵੀ ਨੈਸ਼ਨਲ ਚੈਨਲ ਤੇ ਬੈਠ ਕੇ ਇੱਕ ਗੱਲ ਕੀਤੀ ਹੈ ਕਿ ਕਰਨਾਟਕਾ, ਗੋਆ ਜਾਂ ਮਹਾਰਾਸ਼ਟਰ ਦਾ ਹਵਾਲਾ ਦਿੱਤਾ ਕਿ ਉੱਥੇ ਵੀ ਖਰੀਦੇ ਗਏ ਆ। ਇਹਨਾਂ ਕੋਲ ਸਬੂਤ ਹੈਗਾ? ਇਹਨਾਂ ਨੇ ਤਾਂ ਬੜੀ ਵੱਡੀ ਗੱਲ ਕਹਿਤੀ ਖਰੀਦੇ ਗਏ, ਸਬੂਤ ਤੋਂ ਬਗੈਰ ਗੱਲ ਕਰਦੇ ਆ। ਹੁਣ ਇਹਨਾਂ ਨੂੰ ਅਸੀਂ ਭੱਜਣ ਦੇਣਾ ਨਹੀਂ। ਇਸੇ ਕਰਕੇ ਇਹ ਗੱਲ ਕਰਦੇ ਆ ਵੀ ਭਾਜਪਾ ਨੇ ਸਾਡੇ ਬੰਦੇ ਖਰੀਦਣ ਦੀ ਗੱਲ ਕੀਤੀ। ਪਹਿਲਾ ਪੁਆਇੰਟ 8-10 ਇਹਨਾਂ ਨੇ MLA ਕੇ 8-10 ਨਾਲ ਸਰਕਾਰ ਟੁੱਟਦੀ ਹੈ ਪੰਜਾਬ ਦੀ। ਦੂਜੀ ਗੱਲ, ਇਸ ਤੋਂ ਪਹਿਲਾਂ ਵੀ ਇਲਜ਼ਾਮ ਕੇਜਰੀਵਾਲ ਸਾਹਿਬ ਨੇ ਦਿੱਲੀ ਚ ਲਾਏ ਸੀ। ਇਹਨਾਂ ਨੇ ਇਲਜ਼ਾਮ ਲਾਏ, ਕਦੀ ਆਡੀਓ ਜਾਂ ਵੀਡੀਓ ਕਦੀ ਜਨਤਕ ਕੀਤੀ ਹੈ? ਤੀਜੀ ਗੱਲ, ਮਾਨ ਸਾਹਿਬ ਨੂੰ ਇਹ CM ਸਾਹਿਬ ਨੂੰ ਕਮਜ਼ੋਰ ਦਿਖਾ ਰਹੇ ਆ ਕਿ ਉਹ ਕਮਜ਼ੋਰ ਹੈ, ਆਪਣੇ MLA ਨੂੰ ਵਿਧਾਇਕਾਂ ਨੂੰ ਸੰਭਾਲ ਨਹੀਂ ਰਹੇ ਤੇ ਉਹਨਾਂ ਦੀ ਬੋਲੀ 25-25 ਕਰੋੜ ਲੱਗੀ। ਚੌਥੀ ਗੱਲ, ਇਹ ਚੀਮਾ ਸਾਹਿਬ ਨੇ ਦੱਸਿਆ ਵੀ ਸਾਨੂੰ 25 ਕਰੋੜ ਸਾਡੀ ਬੋਲੀ ਆ, ਸਾਨੂੰ ਇਹਨਾਂ ਦੇ ਇੱਕ ਬੰਦੇ ਦੀ ਜ਼ਰੂਰਤ ਨਹੀਂ ਹੈ ਆਪਣੇ ਕੋਲ ਰੱਖਣ, ਜਿਹੜੇ ਚੰਗੇ ਬੰਦੇ ਆਪਣੇ ਆਪ ਆਈ ਜਾਂਦੇ। ਪੰਜਵੀਂ ਗੱਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਜਦੋਂ ਇਹ 45 ਬੰਦੇ ਕਾਂਗਰਸ ਦੇ ਸ਼ਾਮਿਲ ਕੀਤੇ ਸੀ ਇਹਨਾਂ ਨੇ ਕਿੰਨੀ ਖਰੀਦ ਫੋਰ ਕੀਤੀ ਸੀ? ਜੇ ਇਹ ਕਹਿੰਦੇ ਵੀ ਅਸੀਂ ਖਰੀਦੇ ਜਾ ਰਹੇ ਆ, ਇਹ ਝੂਠਾਂ ਦੇ ਸਰਦਾਰ ਹੈ ਕੇਜਰੀਵਾਲ ਸਾਹਿਬ ਤੇ ਨਾਲ ਉਹਨਾਂ ਦੇ ਬੰਦੇ ਵੀ ਅੱਜ ਉਸੇ ਚੈਨਲ ਤੇ ਬੈਠ ਕੇ ਸ਼ਰੇਆਮ ਗੱਲ ਕਰ ਰਹੇ ਆ ਵੀ ਕਰਨਾਟਕਾ 'ਚ ਖਰੀਦੇ। ਤੇ ਤੁਸੀਂ ਦੱਸੋ ਤਾਂ ਸਹੀ, ਤੁਹਾਡਾ ਬਗੈਰ ਤੱਥਾਂ ਨਾਲ ਤੁਸੀਂ ਗੱਲ ਕਰਦੇ ਹੋ। ਇਹ ਗੱਲ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਹੁਣ ਅਗਲੀ ਮੈਂ ਗੱਲ ਕਹਿਣਾ, ਕੇਜਰੀਵਾਲ ਸਾਹਿਬ ਨੇ ਕਿਹਾ ਸੀ 15 ਲੱਖ ਕੈਮਰੇ, ਮੈਂ ਕਿਹਾ ਹੀ ਨਹੀਂ ਵੀ ਦਿੱਲੀ 'ਚ ਲਵਾਣੇ ਆ, ਲੋਕ ਝੂਠ ਬੋਲਤੇ ਹੈ ਮੋਦੀ ਸਾਹਿਬ। ਤੇ ਫਿਰ ਉਹਨਾਂ ਦੀ ਵੀਡੀਓ ਜਨਤਕ ਹੋਈ ਜਿੱਥੇ ਉਹਨਾਂ ਨੇ ਕਿਹਾ ਕਿ 15 ਲੱਖ ਕੈਮਰੇ ਲਾਣੇ। ਉਸ ਤੋਂ ਬਾਅਦ ਮੋਦੀ ਸਾਹਿਬ ਨੂੰ ਇਹਨਾਂ ਨੇ ਦੇਸ਼ ਦਰੋਹੀ ਕਿਹਾ, ਇਹ ਕਹਿੰਦੇ ਅਸੀਂ ਕਿਹਾ ਨਹੀਂ। ਫਿਰ ਉਹਦੀ ਜਨਤਕ ਹੋਈ ਵੀਡੀਓ ਵੀ ਜਦੋਂ ਇਹਨਾਂ ਨੇ ਕਿਹਾ ਸੀਗਾ। ਫਿਰ ਬਾਟਲਾ ਹਾਊਸ ਤੇ ਇਹਨਾਂ ਨੇ ਐਨਕਾਊਂਟਰ ਦੇ ਉੱਤੇ ਬੋਲੇ। ਗੁਸ਼ਾ ਜੀ, ਉਹ ਵੱਡੀ ਲਿਸਟ ਹੈ, ਉਸ ਲਿਸਟ ਦੇ ਉੱਤੇ ਜੇ ਆਪਾਂ ਜਾਵਾਂਗੇ। ਮੈਂ ਉਹੀ ਗੱਲ ਕਹਿ ਰਿਹਾ ਨਾ, ਮੈਂ ਉੱਥੇ ਹੀ ਲਿਆ ਰਿਹਾ।
ਸਿੱਧੂ ਸਾਹਿਬ ਮੈਂ ਉੱਥੇ ਹੀ ਲਿਆ ਰਿਹਾ ਕਿ ਇਹਨਾਂ ਦਾ ਕੰਮ ਝੂਠ ਬੋਲਣਾ ਹੈ। ਕੇਜਰੀਵਾਲ ਸਾਹਿਬ ਤੋਂ ਵੱਧ ਝੂਠਾ ਬੰਦਾ ਕੋਈ ਨਹੀਂ। ਇੱਕ ਬੰਦਾ ਹੁੰਦਾ ਸੀਗਾ ਜਿਹੜਾ ਨਟਵਰ ਲਾਲ, ਜਿਹਨੇ ਲਾਲ ਕਿਲਾ ਦਿੱਲੀ ਦੇ ਕਈ ਸਰਕਾਰੀ ਜਾਇਦਾਦਾਂ ਵੇਚਿਆ ਸੀ। ਇਹਨਾਂ ਨੇ ਸਾਰਾ ਪੰਜਾਬ ਦੇ ਲੋਕਾਂ ਦੀ ਭਾਵਨਾ ਵੇਚਤੀ। ਇਸ ਤੋਂ ਵੱਡਾ ਠੱਗ ਕੋਈ ਬੰਦਾ ਨਹੀਂ ਹੋ ਸਕਦਾ। ਤੇ ਅੱਜ ਉਹਨਾਂ ਦੇ ਬੈਠੇ ਹੀ ਪੈਨਲਿਸਟ ਉਹ ਅੱਜ ਫਿਰ ਬੋਲ ਰਹੇ ਆ ਵੀ ਇੱਥੇ ਖਰੀਦਿਆ, ਤੇ ਪ੍ਰੂਫ ਇੱਕ ਨਹੀਂ, ਇੱਕ ਪ੍ਰੂਫ ਦੇਣ। ਆ ਗਿਆ ਗੁੱਸੇ ਜੀ, ਦੇਖੋ ਤੁਹਾਡਾ ਵਿਊ ਪੁਆਇੰਟ ਆ ਗਿਆ, ਆਪਾਂ ਜਵਾਬ ਵੀ ਲੈ ਲਈਏ। ਸੰਧੂ ਸਾਹਿਬ, ਜਿਸ ਤਰੀਕੇ ਨਾਲ ਗੁੱਸੇ ਜੀ ਨੇ ਕਿਹਾ, ਉਹ ਕਹਿੰਦੇ ਕਿ ਝੂਠ ਦਾ ਪਲੰਦਾ ਤੁਸੀਂ ਪੰਜਾਬ ਦੇ ਵਿਸ਼ਵਾਸ ਜਾਂ ਪੰਜਾਬ ਦਾ ਜਿਹੜਾ ਭਰੋਸਾ ਉਹੀ ਵੇਚਤਾ ਆਪ ਵਾਲਿਆਂ ਨੇ। ਦੇਖੋ ਸਿੱਧੂ ਸਾਹਿਬ, ਇਹ ਕੁਝ ਕਹੀ ਜਾਣ, ਇਹ ਸਚਾਈ ਹੈ ਕਿ ਏਡੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਕੋਲ ਕੋਈ ਜਾਦੂ ਦੀ ਛੜੀ ਹੈ, ਜਾਂ ਬੀਜੇਪੀ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਨੇ ਵੀ ਹਾਂ ਵੀ ਇਹਨਾਂ ਤੋਂ ਇੰਪ੍ਰੈਸ ਹੋ ਕੇ ਦੇਸ਼ ਦੇ ਵਿੱਚ ਵੱਖ-ਵੱਖ ਪਾਰਟੀਆਂ ਜਿਹੜੀਆਂ ਬਿਲਕੁਲ ਪੂਰੀਆਂ 2/3 ਬਹੁਮਤ ਟੁੱਟ ਜਾਂਦਾ ਹੈ। ਜਿਹੜਾ ਏਡੀ ਵੱਡੀ ਗਿਣਤੀ ਵਿੱਚ ਇੱਕ ਤਾਂ ਬੰਦਾ ਤਾਂ ਮੰਨਿਆ ਵੀ ਹਾਂ ਵੀ ਇੱਕ ਦੋ ਬੰਦੇ ਦਾ ਵਿਚਾਰ ਬਦਲ ਗਿਆ, ਔਰ ਜਦੋਂ ਏਡੀ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਨੇ ਪੂਰੀ ਯੂਨਿਟੀ ਦੇ ਵਿੱਚ ਜਦੋਂ ਇੱਕ ਬਿਲਕੁਲ ਪਲਟੀ ਮਾਰ ਜਾਣ ਤਾਂ ਤੁਸੀਂ ਉਹਦਾ ਕੀ ਮਾਇਨਾ ਕੱਢੋਗੇ। ਇਸ ਕਰਕੇ ਬਿਲਕੁਲ ਇਹ ਗੱਲ ਆਪਣੇ ਆਪ ਸਾਬਤ ਹੁੰਦੀ ਹੈ। ਵੱਖ-ਵੱਖ ਤੁਸੀਂ ਆਪਣੀ ਗੱਲ ਕਰੋ ਨਾ ਪੰਜਾਬ ਦੀ, ਹੁਣ ਵੀ ਸਿੱਧੂ ਸਾਹਿਬ ਪੰਜਾਬ ਤੇ ਲਿਆਉਣਾ ਇਹਨਾਂ ਨੂੰ। ਚਾਹੇ ਕੁਝ ਕਹੀ ਜਾਣ, ਇਹਨੂੰ ਝੂਠ ਕਹੀ ਜਾਣ, ਕੁਝ ਕਹੀ ਜਾਣ, ਇਹ ਤਾਂ ਬਿਲਕੁਲ ਪ੍ਰਤੱਖ ਨਜ਼ਰ ਆ ਰਹੀ ਹੈ। ਆਮ ਬੰਦਾ ਕਿਤੇ ਘਰ ਬੈਠਾ ਵੀ ਹੈ, ਉਹ ਵੀ ਜਦੋਂ ਵੇਖਦਾ ਕਿ 20 ਵਿਧਾਇਕ ਇੱਧਰ ਚਲੇ ਗਏ, 30 ਵਿਧਾਇਕ ਉੱਧਰ ਚਲੇ ਗਏ, ਉਹ ਵੀ ਅੰਦਾਜ਼ਾ ਲਾ ਲੈਂਦਾ ਕਿ ਜਾਂ ਤਾਂ ਖਰੀਦੋ ਫਰੋਖਤ ਹੋਈ ਹੈ, ਜਾਂ ਇਹਨਾਂ ਦੇ ਕੋਈ ਈਡੀ ਦਾ ਕੋਈ ਅਹੁਦੇ ਤੇ ਬੈਠੇ ਹੋ, ਅੰਦਾਜ਼ਾ ਲਾਓ। ਸੰਧੂ ਸਾਹਿਬ, ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕ ਜਿਹੜੇ ਜਾਂਦੇ ਆ ਆਪਣੇ ਆਪ ਆਉਂਦੇ ਆ ਸਾਡੇ ਕੋਲੇ, ਅਸੀਂ ਇੱਦਾਂ ਖਰੀਦਦੇ ਨਹੀਂ ਆ, ਲੋਕ ਆਪਣੇ ਆਪ ਆਉਂਦੇ ਆ ਸਾਡੇ ਕੋਲੇ, ਸਾਡੀ ਪਾਰਟੀ 'ਚ ਭਰੋਸਾ ਕਰਦੇ ਆ। ਸਿੱਧੂ ਸਾਹਿਬ, ਇਹ ਵੀ ਬੜੀ ਹਾਸੋਹੀਣੀ ਗੱਲ ਹੈ ਵੀ ਆਪਣੇ ਆਪ ਆਉਂਦੇ ਨੇ। ਆਪਣੇ ਆਪ ਕਿਵੇਂ ਆ ਸਕਦੇ ਨੇ ਵਿਧਾਇਕ? 20-30 ਵਿਧਾਇਕ, 40-40 ਵਿਧਾਇਕ ਆਪਣੇ ਆਪ ਕਿਵੇਂ ਆ ਸਕਦੇ ਨੇ? ਹੈਰਾਨੀ ਵਾਲੀ ਗੱਲ। ਜਿਹੜੇ ਬੰਦਿਆਂ ਨੇ ਇੰਨੇ ਹੁਣ ਤੱਕ ਦੇਸ਼ ਨੂੰ ਜਿਹੜਾ ਪੂਰੀ ਤਰ੍ਹਾਂ ਥੱਲੇ ਲਾ ਦਿੱਤਾ, ਦੇਸ਼ ਨੂੰ ਪੂਰੀ ਤਰ੍ਹਾਂ ਵੇਚ ਦਿੱਤਾ, ਦੁਨੀਆ ਤਰਾਹ ਕਰ ਰਹੀ ਹੈ। ਸੰਧੂ ਸਾਹਿਬ, ਆਉਣੇ ਆ ਇਸ ਮੁੱਦੇ ਤੇ। ਸੰਧੂ ਸਾਹਿਬ, ਬਿਲਕੁਲ ਲੋਕ ਤਾਂ ਪਿੱਟ ਸਿਆਪਾ ਕਰਨ ਦੇ ਨੇ, ਇਹਨਾਂ ਤੋਂ ਵਿਧਾਇਕ ਇੰਪ੍ਰੈਸ ਹੋ ਕੇ ਸ਼ਾਮਲ ਹੋ ਰਹੇ ਨੇ। ਜੀ ਤੁਹਾਡੀ ਗੱਲ ਆ ਗਈ ਸੰਧੂ ਸਾਹਿਬ, ਤੁਹਾਡੀ ਗੱਲ ਆ ਗਈ। ਤੁਸੀਂ ਬਣੇ ਰਹੋ ਸਾਡੇ ਨਾਲ, ਮੈਂ ਫੇਰ ਇਸ ਮੁੱਦੇ ਤੇ ਤੁਹਾਡੇ ਤੋਂ ਸਵਾਲ ਡੈਫੀਨੇਟਲੀ ਲਵਾਂਗਾ। ਕਮਰ ਹਰਪ੍ਰੀਤ ਜੀ ਕਾਂਗਰਸ ਪਾਰਟੀ ਦੇ ਬੁਲਾਰੇ ਵੀ ਸਾਡੇ ਨਾਲ ਜੁੜੇ ਹੋਏ ਹੈ। ਹਰਪ੍ਰੀਤ ਜੀ, ਕੌਮੀ ਪੱਧਰ ਤੇ ਮੈਂ ਮਾਮਲਾ ਇਹ ਕਹਾਂਗਾ, ਪੰਜਾਬ ਦੀ ਗੱਲ ਤਾਂ ਹੈ ਹੀ ਹੈ ਜਿੱਦਾਂ ਚਰਚਾ 'ਚ ਆਈ ਹੈ, ਔਰ ਆਪ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਜਾਂ ਦੂਜੀਆਂ ਧਿਰਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਕਮਜ਼ੋਰ ਸਮਝ ਕੇ ਉਹਨਾਂ ਦੇ ਵਿਧਾਇਕਾਂ ਨੂੰ, ਉਹਨਾਂ ਦੇ ਆਗੂਆਂ ਨੂੰ ਪੁੱਟ ਕੇ ਜਾਂ ਡਰਾ ਧਮਕਾ ਕੇ ਆਪਣੇ ਨਾਲ ਮਿਲਾ ਲਿਆ। ਆਪ ਵਾਲੇ ਕਹਿੰਦੇ ਇਸ ਤਰ੍ਹਾਂ ਦੇ ਡਰ ਭੈ ਚ ਆਉਣ ਵਾਲੇ ਹੈ ਨਹੀਂ ਭਾਜਪਾ ਦੇ। ਜੀ ਕਮਰਪ੍ਰੀਤ ਜੀ, ਆਵਾਜ਼ ਆ ਰਹੀ ਹੈ? ਜੀ ਮੈਨੂੰ ਤੁਹਾਡੀ ਆਵਾਜ਼ ਆ ਰਹੀ ਹੈ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਜੀ ਬਿਲਕੁਲ, ਆਪਣੀ ਗੱਲ ਕਹੋ, ਬਿਲਕੁਲ ਠੀਕ ਆ ਰਹੀ ਹੈ ਜੀ। ਮੈਂ ਕਹਿ ਰਿਹਾ ਸੀ ਵੀ ਬਿਲਕੁਲ ਇਹ ਤਾਂ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਇਹ ਜਿਹੜੀ ਹਾਰਸ ਟ੍ਰੇਡਿੰਗ ਹੈ, ਇਹਦੇ ਤਾਂ ਇਹ ਮਾਸਟਰ ਹੈ ਨਹੀਂ, ਕੋਈ ਸ਼ੱਕ ਵਾਲੀ ਗੱਲ ਨਹੀਂ, ਕਿਉਂਕਿ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਸਰਕਾਰੀ ਏਜੰਸੀਆਂ ਤੇ ਸਰਕਾਰੀ ਮਸ਼ੀਨਰੀ ਦਾ ਔਰ ਪਾਵਰ ਦਾ ਮਿਸਯੂਜ਼ ਕਰਕੇ ਨਾ ਇਹ ਕੰਮ ਕੀਤੇ ਨੇ। ਆਪਾਂ ਦੇਖਿਆ, ਚਾਹੇ ਗੱਲ ਕਰ ਲਈਏ ਆਪਾਂ ਮਹਾਰਾਸ਼ਟਰ ਦੀ, ਜਾਂ ਗੱਲ ਕਰੀਏ ਮੱਧ ਪ੍ਰਦੇਸ਼ ਦੀ, ਜਾਂ ਗੋਆ ਦੇ ਵਿੱਚ ਇਸ ਤਰੀਕੇ ਨਾਲ ਸਰਕਾਰ ਬਣਾਈ, ਤੇ ਇਹ ਚੀਜ਼ਾਂ ਇਹ ਬਿਲਕੁਲ ਭਾਰਤੀ ਜਨਤਾ ਪਾਰਟੀ ਦੀ ਇੱਕ ਪ੍ਰੈਕਟਿਸ ਹੈ। ਲੇਕਿਨ ਇੱਕ ਗੱਲ ਸਮਝ ਆਉਂਦੀ ਹੈ ਵੀ ਜਿੱਥੇ ਤਾਂ ਭਾਰਤੀ ਜਨਤਾ ਪਾਰਟੀ ਨੂੰ 8-10, 12-15 MLA ਨਾਲ ਜੋੜ ਕੇ ਸਰਕਾਰ ਬਣਾਉਣ ਦੀ ਕੋਈ ਝਾਕ ਨਜ਼ਰ ਆਉਂਦੀ ਹੋਵੇ, ਉੱਥੇ ਤਾਂ ਇਹ ਕੰਮ ਚਲੋ ਕਰਨਗੇ। ਲੇਕਿਨ ਜਿੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਸਿਰਫ 2 MLA ਦੇ, ਕੀ ਇਹ 57-58 MLA ਆਮ ਆਦਮੀ ਪਾਰਟੀ ਨੂੰ ਲੈ ਜਾਣਗੇ? ਇਹ ਕਿਤੇ ਕੋਈ ਗੱਲ ਹਜ਼ਮ ਨਹੀਂ ਹੁੰਦੀ। ਜੀ ਕਮਰ ਹਰਪ੍ਰੀਤ ਜੀ, ਤੁਸੀਂ ਆਪਣੀ ਗੱਲ ਕੰਟੀਨਿਊ ਰੱਖਿਓ, ਪਰ ਮੈਂ ਤੁਹਾਨੂੰ ਚੇਤੇ ਕਰਾਉਣਾ ਹੈ ਹਿੰਦੁਸਤਾਨ ਦੀ ਰਾਜਨੀਤੀ ਦੇ ਅੰਦਰ ਕਿਸ ਤਰ੍ਹਾਂ ਦੇ ਉਲਟਫੇਰ ਹੁੰਦੇ ਰਹਿੰਦੇ ਆ। ਤੁਹਾਨੂੰ ਚੇਤੇ ਕਰਾਉਣ ਵਾਲੀ ਗੱਲ ਆ, ਹਰਿਆਣਾ ਦੇ ਅੰਦਰ ਇੱਕ ਵਾਰ ਪੂਰੀ ਦੀ ਪੂਰੀ ਪਾਰਟੀ ਮੁੱਖ ਮੰਤਰੀ ਸਮੇਤ ਹੀ ਦੂਜੇ ਪਾਸੇ ਚਲੇ ਗਏ ਸੀ, ਸਾਰੀ ਬਣੀ ਬਣਾਈ ਗੱਡੀ ਦੂਜੇ ਸਟੇਸ਼ਨ ਤੇ ਪਹੁੰਚ ਗਈ ਸੀ। ਦੇਖੋ ਇਹ ਬਿਲਕੁਲ ਮੈਂ ਤੁਹਾਡੀ ਗੱਲ ਮੰਨਦਾ, ਔਰ ਇਹਨਾਂ ਚੀਜ਼ਾਂ ਨੂੰ ਨਾ ਮੈਂ ਸਮਝਦਾ ਵੀ ਸੰਵਿਧਾਨ ਦਾ ਕਤਲ ਹੀ ਕਿਹਾ ਜਾ ਸਕਦਾ ਤੇ ਲੋਕਤੰਤਰ ਦਾ ਕਤਲ ਕਿਹਾ ਜਾ ਸਕਦਾ। ਮਤਲਬ ਇਹ ਹੈ ਕਿ ਇਹ ਇੱਕ ਜਨਤਾ ਨਾਲ ਸਰਾਸਰ ਧੋਖਾ ਤੇ ਚੀਟਿੰਗ ਹੈ। ਤੇ ਜੇ ਇਹ ਇਸ ਤਰ੍ਹਾਂ ਦਾ ਕੁਝ ਹੋਣ ਜਾ ਰਿਹਾ ਔਰ ਇਹ ਜੋ ਸ਼ੰਕਾ ਪ੍ਰਗਟ ਕਰ ਰਹੇ ਨੇ ਕਿ ਜੇ ਕੁਝ, ਤਾਂ ਨਾ ਤਾਂ ਇਹਨਾਂ ਨੇ ਕੋਈ ਕਿਸੇ ਦਾ ਕੋਈ ਫੋਨ ਕਾਲ, ਕੋਈ ਰਿਕਾਰਡਿੰਗ, ਕੋਈ ਚਿੱਠੀ ਪੱਤਰੀ ਜਾਰੀ ਕਰਨ, ਕਿਸੇ ਦਾ ਨਾਂ ਤਾਂ ਦੱਸਣ ਵੀ ਕਿਸ ਬੰਦੇ ਨੇ ਸੰਪਰਕ ਕੀਤਾ, ਕਿਹਦੇ ਥਰੂ ਸੰਪਰਕ ਹੋਇਆ, ਕੋਈ ਇਹਨਾਂ ਨੂੰ ਚਿੱਠੀ ਆਈ, ਕੋਈ ਫੋਨ ਆਇਆ, ਕਿ ਕੋਈ ਮੈਸੇਜ ਆਇਆ, ਕਿਹੜੇ ਨੰਬਰ ਤੋਂ ਆਇਆ, ਕੋਈ ਮੇਲ ਆਈ,
ਕੁਛ ਤਾਂ ਦੱਸਣ। ਇਹ ਤਾਂ ਜਿਸ ਤਰੀਕੇ ਨਾਲ ਮਨੀਸ਼ ਸਿਸੋਦੀਆ ਦੇ ਬਾਰੇ ਇਹਨਾਂ ਨੇ ਹਵਾ ਉਡਾਈ ਸੀ ਤੇ ਇਹ ਕਿ ਵੀ ਮਨੀਸ਼ ਸਿਸੋਦੀਆ ਨੂੰ ਸ਼ਾਮਲ ਕੀਤਾ ਜਾ ਰਿਹਾ ਬੀਜੇਪੀ 'ਚ, ਉਹ ਕਹਿ ਰਿਹਾ ਸ਼ਾਮਲ ਹੋ ਜਾਓ, ਤੁਹਾਨੂੰ ਅਸੀਂ ਆਹ ਬਣਾ ਦਿਆਂਗੇ ਉਹ ਬਣਾ ਦਿਆਂਗੇ, ਔਰ ਜਾਂ ਉਹਨਾਂ ਨੂੰ ਕਿਹਾ ਧਮਕਾਇਆ ਵੀ ਗਿਆ। ਫਿਰ ਉਸ ਤੋਂ ਬਾਅਦ ਜਦੋਂ ਸਾਰਿਆਂ ਨੇ ਪੁੱਛਿਆ ਤਾਂ ਉਹਦਾ ਕੋਈ ਇਹ ਤੱਥ ਨਹੀਂ ਦੱਸ ਪਾਏ, ਕੋਈ ਅੱਜ ਤੱਕ ਵੀ ਉਹ ਗੱਲ ਇਹ ਨਜ਼ਰ ਆ ਰਿਹਾ ਸਾਫ਼-ਸਾਫ਼ ਵੀ ਇਹਨਾਂ ਨੇ ਇੱਕ ਸ਼ਗੂਫਾ ਛੱਡਿਆ ਸੀ। ਹੁਣ ਜਿਹੜੀ ਗੱਲ ਹੈ ਨਾ ਇਹ ਹਾਈ ਕੋਰਟ ਤੋਂ ਜਿਹੜੀ ਜਾਂਚ ਕਰਾਉਣ ਦੀ ਭਾਰਤੀ ਜਨਤਾ ਪਾਰਟੀ, ਦੇਖੋ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਨੇ ਹਾਈ ਕੋਰਟ ਤੋਂ ਅੱਜ ਇਸ ਮਾਮਲੇ ਦੇ ਵਿੱਚ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਤੇ ਇਹ ਮੈਂ ਸਮਝਦਾ ਬੜੀ ਵਾਜਬ ਗੱਲ ਹੈ, ਕਿਉਂਕਿ ਜਿਸ ਇਨਸਾਨ ਦੇ ਉੱਤੇ ਦੋਸ਼ ਲੱਗਿਆ ਹੋਵੇ ਤੇ ਉਹ ਆਪ, ਚਾਹੇ ਇਨਸਾਨ ਹੈ ਚਾਹੇ ਕੋਈ ਸੰਗਠਨ ਹੈ, ਉਹ ਆਪ ਇਹ ਮੰਗ ਕਰੇ ਕਿ ਤੁਸੀਂ ਭਾਈ ਇਹ ਜਾਂਚ ਕਰਾਓ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ, ਤੇ ਇਸ ਤੋਂ ਵੱਡੀ ਹੋਰ ਗੱਲ ਮੈਨੂੰ ਲੱਗਦਾ ਨਹੀਂ ਕੋਈ ਹੋ ਸਕਦੀ ਹੈ। ਤੇ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਆਪਣੀ ਚਾਲ ਦੇ ਵਿੱਚ ਆਪ ਫਸਦੀ ਸਾਫ਼-ਸਾਫ਼ ਨਜ਼ਰ ਆ ਰਹੀ ਹੈ। ਹੁਣ ਇਹ ਦੂਜੀਆਂ ਸਟੇਟਾਂ 'ਚ ਪਹੁੰਚ ਗਈ, ਉੱਥੇ ਕੀਤਾ ਉੱਥੇ ਕੀਤਾ, ਬਈ ਉੱਥੇ ਕੀਤਾ ਤਾਂ ਸਾਰੀ ਦੁਨੀਆ ਨੂੰ ਪਤਾ। ਤੁਸੀਂ ਆਪਣੇ ਬਾਰੇ ਤੱਥ ਦਿਓ ਕਿ ਤੁਸੀਂ, ਤੁਹਾਡੇ ਪਹਿਲੀ ਗੱਲ ਤਾਂ ਐਮਐਲਏ ਵਿਕਾਊ ਕਿਉਂ ਨੇ, ਔਰ ਦੂਸਰੀ ਗੱਲ ਇਹਨਾਂ ਦੇ ਐਮਐਲਏ ਦਾ ਵਿਕਾਊ ਹੋਣਾ ਤਾਂ ਜ਼ਾਹਰ ਹੀ ਹੋ ਗਿਆ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਲਿਸਟ ਦੱਸਦਾ, ਚਾਹੇ ਗੱਲ ਕਰ ਲਓ ਵਿਜੇ ਸਿੰਗਲਾ ਦੀ, ਚਾਹੇ ਗੱਲ ਕਰ ਲਓ ਫੌਜਾ ਸਿੰਘ ਸਰਾਰੀ ਦੀ, ਚਾਹੇ ਹਰਮੀਤ ਸਿੰਘ ਪਠਾਨ ਮਾਜਰੇ ਦੀ ਘਰਵਾਲੀ ਅੱਜ ਕਹਿ ਰਹੀ ਹੈ ਕਿ ਇਹਨੇ ਬਹੁਤ ਗਲਤ ਤਰੀਕੇ ਨਾਲ, ਕਿਉਂਕਿ ਇੱਕ ਬੰਦੇ ਦੀ ਵਾਈਫ ਜਿਹੜੀ ਹੈ ਉਸ ਤੋਂ ਜ਼ਿਆਦਾ ਉਹਨੂੰ ਕੋਈ ਨਹੀਂ ਜਾਣਦਾ ਹੁੰਦਾ, ਤੇ ਉਹ ਦੱਸ ਰਹੀ ਹੈ ਕਿ ਕਿਸ ਤਰੀਕੇ ਨਾਲ ਇਹਨੇ ਪੈਸੇ ਕਮਾਏ ਕਰਪਸ਼ਨ ਕਰਕੇ। ਫਿਰ ਉਸ ਤੋਂ ਬਾਅਦ ਜੈ ਕਿਸ਼ਨ ਰੋੜੀ, ਉਹਨਾਂ ਦੇ ਬੱਤੇ ਬਦਲੀਆਂ ਦੇ ਪੈਸੇ ਲੈਣ ਦਾ ਇਲਜ਼ਾਮ ਲੱਗੇ। ਉਸ ਤੋਂ ਬਾਅਦ ਕੁਲਜੀਤ ਰੰਧਾਵਾ ਐਮਐਲਏ ਹੈ, ਉਹ ਥਾਣੇਦਾਰਾਂ ਤੋਂ ਗੁਰਾਈ ਕਰ ਰਿਹਾ। ਅੱਛਾ, ਦਿਨੇਸ਼ ਚੱਡਾ ਲੋਕਾਂ ਦੇ ਬਿਜ਼ਨਸ ਟੇਕ ਓਵਰ ਕਰ ਰਿਹਾ, ਉਹ ਤੇ ਇਲਜ਼ਾਮ ਲੱਗ ਗਏ ਨੇ। ਮੇਰੀ ਬੇਨਤੀ ਸੁਣ ਲਓ, ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ ਗੁੰਡਾ ਟੈਕਸ ਵਸੂਲ ਰਹੀ ਹੈ, ਠੀਕ ਹੈ। ਜਲਾਲਾਬਾਦ ਦਾ ਇਹਨਾਂ ਬਲਾਕ ਪ੍ਰਧਾਨ 1 ਕਿਲੋ 800 ਗ੍ਰਾਮ ਹੈਰੋਇਨ ਨਾਲ ਫੜਿਆ ਗਿਆ। ਤਰਨਤਾਰਨ ਦਾ ਜਿਹੜਾ ਸ਼ਹਿਰੀ ਪ੍ਰਧਾਨ ਹੈ, ਉਹਦੀ ਪਾਣੀ ਦੀਆਂ ਟੈਂਕੀਆਂ, ਉਹਦੇ ਹੋਟਲ ਦੀਆਂ ਪਾਣੀ ਦੀਆਂ ਟੈਂਕੀਆਂ ਭਰ ਰਹੀ ਹੈ। ਇਸੇ ਮੁੱਦੇ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਹੋਰ ਬਹੁਤ ਵੱਡੀ ਲਿਸਟ ਹੈ, ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿਓ ਤਾਂ ਮੈਂ ਤੁਹਾਨੂੰ ਗਿਣਾ ਦਿਆਂ ਜਿਹੜੇ ਇਲਜ਼ਾਮ ਇਹਨਾਂ ਤੇ 6 ਮਹੀਨਿਆਂ 'ਚ ਹੀ ਲੱਗ ਗਏ ਨੇ। ਗੱਲ ਇਹ ਹੈ ਵੀ ਆ ਗੱਜਣ ਮਾਜਰਾ ਹੋ ਗਿਆ, ਰੋਪੜ ਦਾ ਸਾਬਕਾ ਐਮਐਲਏ ਸੰਦੋਆ, ਉਹਦੇ ਉੱਤੇ ਜਾਂਚ ਚੱਲ ਰਹੀ ਹੈ ਔਰ ਮਾਈਨਿੰਗ ਦੇ ਮਾਫੀਆ ਦੇ ਵਿੱਚ ਸ਼ਾਮਲ ਸੀ। ਸੋ ਇਹ ਚੀਜ਼ਾਂ ਜਿਹੜੀਆਂ ਹੈ ਆਮ ਆਦਮੀ ਪਾਰਟੀ ਦੇ ਆ ਗਿਆ, ਆਪਾਂ ਜਵਾਬ ਲੈਣੇ ਆ ਜੀ ਸਰ। ਲਾਸਟ ਲਾਈਨ ਤਾਂ ਬੋਲਣ ਦਿਓ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਾਊ ਨੇ, ਕਰਪਸ਼ਨ ਦੇ ਵਿੱਚ ਪੂਰੀ ਤਰ੍ਹਾਂ ਲਿਪਤ ਨੇ, ਇਹ ਤਾਂ ਜ਼ਾਹਰ ਹੋ ਗਿਆ। ਲੇਕਿਨ ਗੱਲ ਇਹ ਵੀ 25 ਕਰੋੜ ਜੋਗੇ ਹੈ ਨਹੀਂ, ਇਹ ਤਾਂ 2500 ਜੋਗੇ ਆ, ਇਹ ਤਾਂ ਉਹਨੇ 'ਚ ਹੀ ਵਿਕ ਜਾਣਗੇ। ਚਲੋ ਹੁਣ ਤੁਸੀਂ ਸਾਰੀ ਗੱਲ ਆਪਣੀ ਮੁਕੰਮਲ ਕਰ ਲਈ। ਆਪਾਂ ਸੰਧੂ ਸਾਹਿਬ ਤੋਂ ਜਵਾਬ ਜ਼ਰੂਰ ਲੈਣਾ, ਪਰ ਸਮਜੀਤ ਸਿੰਘ ਇੰਤਜ਼ਾਰ ਕਰ ਰਿਹਾ, ਪਰ ਮੈਂ ਸਮਝਦਾ ਕਿ ਇਸ ਮੁੱਦੇ ਤੇ ਜਵਾਬਦੇਹੀ ਬਣਦੀ ਹੈ। ਸੰਧੂ ਸਾਹਿਬ ਜਿਸ ਮੁੱਦੇ ਤੇ ਗੱਲ ਕੀਤੀ ਹੈ ਹਰਪ੍ਰੀਤ ਜੀ ਨੇ, ਉਹਨਾਂ ਨੇ ਗਿਣਤੀ ਕਰਕੇ ਵਿਧਾਇਕਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇ ਸਿਟਿੰਗ ਜੱਜ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਇਹਦੇ 'ਚ ਗਲਤ ਗੱਲ ਕੀ ਹੈ ਜਦੋਂ ਇਦਾਂ ਦੀ ਸਥਿਤੀ ਤੁਸੀਂ ਕਹਿ ਰਹੇ ਹੋ? ਨਹੀਂ ਵੇਖੋ, ਜਾਂਚ ਕਿਤੋਂ ਵੀ ਕਰਾਉਣ, ਜਾਂਚ ਦੀ ਕੋਈ ਗੱਲ ਨਹੀਂ ਹੈਗੀ, ਜਾਂਚ ਹੋਣੀ ਚਾਹੀਦੀ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜੀ ਐਪਲੀਕੇਸ਼ਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦਿੱਤੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਇੱਥੇ ਹੀ ਹੋ ਜਾਣਾ ਕਲੀਅਰ, ਤਾਂ ਇੱਥੇ ਹੀ ਸਾਰਾ ਕੁਝ ਸਾਹਮਣੇ ਆ ਜਾਣਾ। ਉਹ ਤਾਂ ਲੋੜ ਪੈਂਦੀ ਹੈ ਜੇਕਰ ਕੋਈ ਗੱਲ ਠੰਡੇ ਬਸਤੇ ਵਿੱਚ ਪੈਣੀ ਹੋਵੇ। ਇਸ ਕਰਕੇ ਪਰ ਮੈਨੂੰ ਇਹ ਬੜੀ ਹੈਰਾਨਗੀ ਹੈ ਵੀ ਵੇਖੋ, ਜਿਹੜੇ ਕਾਂਗਰਸ ਦੇ ਜਿੰਨੇ ਪ੍ਰਵਕਤਾ ਨੇ ਨਾ, ਘੱਟੋ ਘੱਟ ਇਹਨਾਂ ਨੂੰ ਤਾਂ ਇਸ ਗੱਲ ਦੀ ਵਿਰੋਧਤਾ ਹੀ ਕਰਨੀ ਚਾਹੀਦੀ ਹੈ। ਪੂਰੇ ਦੇਸ਼ ਵਿੱਚ ਤੁਹਾਡੇ ਬੰਦੇ ਤੋੜ ਕੇ ਉਹ ਸ਼ਾਮਲ ਕਰਾਈ ਜਾ ਰਹੇ ਨੇ ਤੇ ਤੁਸੀਂ ਕੀ ਉਹਨੂੰ ਫਿਰ ਪ੍ਰਮਾਣਿਕਤਾ ਦੇਈ ਜਾਂਦੇ ਹੋ? ਫਿਰ ਤਾਂ ਇਹਦਾ ਮਤਲਬ ਤੁਸੀਂ ਉਹਨੂੰ ਸਹੀ ਠਹਿਰਾ ਰਹੇ ਹੋ ਨਾ। ਆਪਾਂ ਪੂਰੇ ਦੇਸ਼ ਵਿੱਚ ਸਾਰਾ ਸੰਧੂ ਸਾਹਿਬ ਤੁਹਾਡਾ ਇੰਪੋਰਟੈਂਟ ਸਵਾਲ ਆ, ਤੁਸੀਂ ਰੁਕੋ ਜਰਾ, ਮੈਂ ਹਰਪ੍ਰੀਤ ਜੀ ਤੋਂ ਜਵਾਬ ਲੈ ਲਈਏ। ਹਰਪ੍ਰੀਤ ਜੀ ਤੋਂ ਲੱਗਦੇ ਹੱਥੀ ਸੰਧੂ ਸਾਹਿਬ ਹਰਪ੍ਰੀਤ ਜੀ ਤੋਂ ਲੱਗਦੇ ਹੱਥੀ ਜਵਾਬ ਲੈ ਲਈਏ। 47 ਬੰਦੇ ਬੀਜੇਪੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਗਏ, ਕਾਂਗਰਸ ਦੇ ਬੰਦੇ ਆਪਾਂ ਜਵਾਬ ਲੈ ਲਈਏ ਜੀ ਹਰਪ੍ਰੀਤ ਜੀ ਸੰਖੇਪ ਵਿੱਚ ਦਿਓਗੇ ਜਵਾਬ? ਕਹਿੰਦੇ ਜੋ ਤੁਹਾਡੇ ਬੰਦੇ ਟੁੱਟ ਕੇ ਗਏ ਤਾਂ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਇਆ, ਦਿਓਗੇ ਜਵਾਬ ਹਰਪ੍ਰੀਤ ਜੀ? ਦੇਖੋ, ਮੈਂ ਤਾਂ ਪਹਿਲੇ ਹੀ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਹਾਰਸ ਟ੍ਰੇਡਿੰਗ ਦੇ ਵਿੱਚ ਮਾਹਰ ਹੈ। ਸਰਕਾਰੀ ਏਜੰਸੀਆਂ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਇਹ ਕੰਮ ਕਰਦੀ ਹੈ। ਲੇਕਿਨ ਆਮ ਆਦਮੀ ਪਾਰਟੀ ਦੇ ਇਮਾਨਦਾਰ ਵਿਧਾਇਕ ਜਿਹੜੇ ਆ, ਉਹ ਤਾਂ ਉਹਨਾਂ ਦੇ ਉੱਤੇ ਇਹੋ ਜਿਹੇ ਇਲਜ਼ਾਮ ਲੱਗਣ ਔਰ ਸਰਕਾਰ ਨੂੰ ਇਸ ਡਰ ਪੈ ਜੇ ਕਿ ਸਾਡੇ ਵਿਧਾਇਕ ਵਿਕ ਜਾਣਗੇ। ਔਰ ਦੂਸਰੀ ਗੱਲ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਕੋਈ ਤੱਥ ਤਾਂ ਪੇਸ਼ ਨਹੀਂ ਕਰ ਸਕੇ, ਕੋਈ ਇੱਕ ਸਬੂਤ, ਕੋਈ ਇੱਕ ਨੰਬਰ, ਫੋਨ ਕਾਲ ਨੰਬਰ, ਕਿਸੇ ਦਾ ਨਾਂ ਤਾਂ ਦੱਸਣ ਵੀ ਕਿਸ ਬੰਦੇ ਨੇ ਆਫਰ ਕੀਤੀ। ਇਹ ਦੱਸ ਨਹੀਂ ਰਹੇ, ਇੱਥੋਂ ਪਤਾ ਲੱਗਦਾ ਕਿ ਸ਼ਗੂਫੇਬਾਜ਼ੀ ਹੈ। ਅਸੀਂ ਮੰਨ ਲਾਂਗੇ, ਅਸੀਂ ਇਹਨਾਂ ਦੀ ਗੱਲ ਨੂੰ ਸੱਚ ਮੰਨ ਲਾਂਗੇ, ਲੇਕਿਨ ਇਹ ਕੋਈ ਤੱਥ ਤਾਂ ਦੇਣ। ਇਹ ਤਾਂ ਫਾਲਤੂ ਗੱਲਾਂ ਅਫਵਾਹਾਂ ਉਡਾ ਰਹੇ ਸਰਕਾਰ ਦੀ ਜਿਹੜੀ ਲਗਾਤਾਰ ਹੋ ਰਹੀ ਫਜ਼ੀਅਤ ਹੈ, ਬਿਲਕੁਲ ਧਿਆਨ ਹਟਾਉਣ ਲਈ ਲੋਕਾਂ ਦਾ ਇਹ ਸ਼ਗੂਫੇਬਾਜ਼ੀ ਕਰੀ ਜਾ ਰਹੀ ਹੈ। ਆਉਂਦੀਆਂ ਇਲੈਕਸ਼ਨਾਂ ਦੇ ਮੱਦੇਨਜ਼ਰ ਹਿਮਾਚਲ ਤੇ ਹਰਿਆਣੇ ਦੀ ਗੱਲ ਆ ਗਈ, ਆਪਾਂ ਹਿਮਾਚਲ ਤੇ ਹਰਿਆਣੇ ਦੀ ਗੱਲ ਵੀ ਕਰਦੇ ਇਹ ਪਤਾ ਲੱਗ ਜੀ ਤੁਹਾਡੀ ਗੱਲ ਆ ਗਈ, ਮਿਹਰਬਾਨੀ।
ਪ੍ਰੋਫੈਸਰ ਮਨਜੀਤ ਸਿੰਘ ਬੜਾ ਵੱਡਾ ਮੁੱਦਾ ਹੈ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜਿਸ ਤਰੀਕੇ ਨਾਲ ਇਹ ਗੱਲ ਦਾ ਖਲਾਰਾ ਪਿਆ ਵਾ ਪੰਜਾਬ ਦੇ ਅੰਦਰ ਸਾਰੀਆਂ ਪੋਲੀਟੀਕਲ ਪਾਰਟੀਆਂ ਭ੍ਰਿਸ਼ਟਾਚਾਰ ਦਾ ਮੁੱਦਾ ਕਿਸੇ ਤਰੀਕੇ ਨਾਲ ਵਿਧਾਇਕਾਂ ਦੀ ਖਰੀਦੋ ਫਰੋਖਤ ਦਾ ਮਾਮਲਾ ਤੇ ਹੁਣ ਜਾਂਚ ਦੇ ਮਾਮਲਿਆਂ ਨੂੰ ਲੈ ਕੇ ਜੋ ਘਮਸਾਨ ਮਚਿਆ ਤੁਸੀਂ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਮਹੂਰੀਅਤ ਦਾ ਜਿਹੜਾ ਪੌਦਾ ਅਸੀਂ ਇੱਥੇ ਲਾਇਆ ਥੋੜੀ ਦੇਰ ਤੇ ਚੱਲਿਆ, ਹੁਣ ਉਹ ਸੁੱਕਣ ਲੱਗ ਗਿਆ। ਇਹ ਇਸ ਤਰ੍ਹਾਂ ਚੱਲਣਾ ਨਹੀਂ ਹੈਗਾ। ਹਰ ਕੰਮ ਲਈ ਇੱਕ ਕੁਆਲੀਫਿਕੇਸ਼ਨ ਆ, IAS ਲਈ, IPS ਲਈ, ਪ੍ਰੋਫੈਸਰ ਲਈ, ਕਲਰਕ ਲਈ, ਹਰ ਕਿਸੇ ਲਈ। ਈਵਨ ਜੱਟ ਜ਼ਿਮੀਂਦਾਰ ਵੀ ਉਹ ਜੇ ਟ੍ਰੇਨਡ ਨਾ ਹੋਵੇ ਤੇ ਖੇਤੀ ਨਹੀਂ ਕਰ ਸਕਦਾ, ਉਹਨੂੰ ਵੀ ਆਨ ਦਾ ਜੌਬ ਟ੍ਰੇਨਿੰਗ ਹੁੰਦੀ ਹੈ। ਪੋਲੀਟਿਕਸ ਦੇ ਵਿੱਚ ਤੁਸੀਂ ਦੇਖੋ ਕਿ ਕੋਈ ਫਿਲਟਰ ਕਿਤੇ ਹੈਗਾ? ਉਹ ਸਾਰੀ ਦੀ ਸਾਰੀ ਸਿਲੈਕਸ਼ਨ ਛੱਡੀ ਆ ਲੋਕਾਂ ਤੇ ਜੇ ਸਿਲੈਕਸ਼ਨ ਕਮੇਟੀ ਨੂੰ ਹੀ ਬਰਾਈਬ ਕਰਤਾ ਜਾਏ ਤਾਂ ਫਿਰ ਬੰਦੇ ਕਿਹੋ ਜਿਹੇ ਆਉਣਗੇ? ਤੁਸੀਂ ਜਿਹੜੀਆਂ ਦਾਰੂਆਂ ਲਾਲਚ ਹਜ਼ਾਰ ਰੁਪਈਆ ਦੇਵਾਂਗੇ, ਬੱਸਾਂ ਦੇ ਝੂਟੇ ਦੇਵਾਂਗੇ, ਕੋਈ ਸਾੜੀਆਂ ਦਿੰਦਾ, ਕੋਈ ਕੁੱਕਰ ਦਿੰਦਾ, ਕੋਈ ਫਰਿੱਜ ਦਿੰਦਾ। ਜੇ ਸਿਲੈਕਸ਼ਨ ਕਮੇਟੀ ਨੂੰ ਤੁਸੀਂ ਐਡੇ ਵੱਡੇ ਪੱਧਰ ਤੇ ਬਰਾਈਬ ਕਰ ਦੋਗੇ ਤੇ ਜਿਹੜੇ ਚੁਣ ਕੇ ਆਉਣਗੇ ਉਹਦੇ ਆਧਾਰ ਤੇ ਉਹ ਕਿਹੋ ਜਿਹੇ ਹੋਣਗੇ ਉੱਥੋਂ ਅੰਦਾਜ਼ਾ ਲਾ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਪ ਦੀ ਕਿਉਂਕਿ 92 ਵਿਧਾਇਕ ਜਿੱਤ ਕੇ ਆਏ ਆ ਕੋਈ ਛੋਟੀ ਗੱਲ ਨਹੀਂ, ਫਿਰ ਉਹਨਾਂ ਦੀ ਜਿਹੜੀ ਸਿਲੈਕਸ਼ਨ ਕਮੇਟੀ ਸੀ ਉਹਨੂੰ ਬਰਾਈਬ ਕੀਤਾ ਗਿਆ, ਸਹੀ ਬੰਦਿਆਂ ਦੀ ਚੋਣ ਨਹੀਂ ਹੋਈ? ਤੁਹਾਡੇ ਸਾਹਮਣੇ ਹੀ ਆ ਕਿ ਜਦੋਂ ਹਜ਼ਾਰ ਰੁਪਏ ਦਾ ਕਿਹਾ ਗਿਆ ਕਿ ਅਸੀਂ ਹਰ ਬੀਬੀ ਨੂੰ ਦਿਆਂਗੇ, ਮਿਲਦਾ ਨਹੀਂ ਮਿਲਦਾ ਉਹ ਤੇ ਬਾਅਦ ਚ ਵੇਖਾਂਗੇ। ਚਲੋ ਬੀਬੀ ਦਾ ਬਾਅਦ ਦੀ ਗੱਲ ਹੈਗੀ ਆ, ਵਿਧਾਇਕਾਂ ਦੀ ਗੱਲ ਹੈ ਕਿ 92 ਵਿਧਾਇਕ ਜਿੱਤ ਕੇ ਆਏ ਆ ਤੇ 92 ਮੈਂ ਕਹਿੰਦਾ ਹੋਰ ਵੀ ਜਿੱਤ ਸਕਦੇ ਸੀ, ਉਹਦੇ ਚ ਕੀ ਹੈ? ਇਹ ਨਹੀਂ ਹੈ ਗੱਲ। ਮੈਂ ਕਹਿੰਦਾ ਬੇਸਿਕਸ ਹੁਣ ਬੰਦੇ ਕਿਹੋ ਜਿਹੇ ਆਉਂਦੇ ਆ ਪਾਰਲੀਮੈਂਟ 'ਚ ਇਸ ਵੇਲੇ 43% ਉਹ ਜਿਹੇ ਬੰਦੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਹੈਗੇ ਆ। ਪਰ ਦਿੱਲੀ ਦੀ ਕੇਂਦਰੀ ਸਰਕਾਰ ਦੀ ਕੈਬਨਿਟ ਵਿੱਚ ਇਹੋ ਜਿਹੇ ਬੰਦੇ ਆ, ਫਿਰ ਤੁਸੀਂ ਉਹਨਾਂ ਤੋਂ ਉਮੀਦ ਕੀ ਕਰਦੇ ਆ? ਤੁਸੀਂ ਹੱਦ ਕਰਦੇ, ਤੁਸੀਂ ਉਮੀਦ ਇਹ ਕਰਦੇ ਆ ਕਿ ਉਹ ਸੰਵਿਧਾਨ ਦੇ ਮੁਤਾਬਕ ਚੱਲਣ, ਉਹ ਕਾਨੂੰਨ ਦੇ ਮੁਤਾਬਕ ਚੱਲਣ, ਉਹ ਜਿਹੜੇ ਸੰਵਿਧਾਨ ਦੇ ਵਿੱਚ ਸੋਸ਼ਲ ਵੈਲਫੇਅਰ ਸਟੇਟ ਲਿਖੀ ਹੋਈ ਆ, ਗਰੀਬਾਂ ਨੂੰ ਉੱਪਰ ਚੁੱਕਣ ਲਈ ਸਾਰਾ ਕੁਝ ਡਾਇਰੈਕਟਿਵ ਪ੍ਰਿੰਸੀਪਲਸ ਹੈਗੇ ਆ, ਫੰਡਾਮੈਂਟਲ ਰਾਈਟਸ ਹੈਗੇ, ਤੁਸੀਂ ਉਹਨਾਂ ਦੀਆਂ ਇੱਥੇ ਬੈਠੇ ਆਪਾਂ ਗੱਲਾਂ ਕਰਦੇ ਆ। ਉਹ ਕਦੀ ਹੋਣਾ ਨਹੀਂ। ਹੁਣ ਇਸ ਵੇਲੇ ਜਿਹੜੀਆਂ ਪਾਰਟੀਆਂ, ਰਾਜਨੀਤਿਕ ਪਾਰਟੀਆਂ, ਉਹ ਗੈਂਗਨੁਮਾ ਕੰਮ ਕਰ ਰਹੀਆਂ। ਉਹਨਾਂ ਦੇ ਕੁਝ ਰਾਜੇ ਮਹਾਰਾਜੇ ਬੈਠ ਗਏ ਉੱਪਰ ਚੜ੍ਹ ਕੇ, ਜਿਵੇਂ ਰਜਵਾੜਾ ਸ਼ਾਹੀ ਹੁੰਦੀ ਸੀਗੀ, ਓਏ ਇਹਨੂੰ ਫੜ ਕੇ ਲਿਆਓ, ਇਹਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਓ, ਇਹਨਾਂ ਦੇ ਆਪ ਚੱਕ ਦਿਓ ਫੱਟੇ। ਉਹ ਕੰਮ ਹੋ ਰਿਹਾ ਕਿਤੇ। ਤੁਸੀਂ ਪੂਰੀ ਇਸ ਡਿਬੇਟ ਦੇ ਵਿੱਚ ਬਾਰ-ਬਾਰ ਇਹ ਗੱਲਾਂ ਆ ਰਹੀਆਂ, ਕਦੇ ਦਿੱਲੀ 'ਚ ਆਉਂਦੀਆਂ, ਕਦੇ ਇੱਥੇ ਆਉਂਦੀਆਂ, ਕਦੇ ਮਹਾਰਾਸ਼ਟਰ 'ਚ ਆਉਂਦੀਆਂ। ਤੁਸੀਂ ਲੋਕਾਂ ਦੇ ਮੁੱਦਿਆਂ 'ਤੇ ਕੋਈ ਗੱਲ ਸੁਣਦੇ ਆ? ਜਿਹੜੇ ਵਾਅਦੇ ਕਰਕੇ ਪਾਰਟੀਆਂ ਆਈਆਂ ਉਹਨਾਂ 'ਤੇ ਕੋਈ ਡਿਬੇਟ ਹੋ ਰਹੀ ਹੈ? ਕੋਈ ਉਹਦੇ 'ਤੇ ਇਸ਼ੂ ਨਹੀਂ ਹੈ। ਹੋਰ ਹੀ ਬਸ ਇਹ ਇਸ਼ੂ ਆਪਣੇ ਬਣਾਏ ਹੋਏ ਆ, ਉਹ ਚੋਰ, ਉਹ ਚੱਕਾ, ਮੈਂ ਸਾਧੂ। ਉਹ ਆਪਾਂ ਕੁਝ ਤੇ ਕੇਜਰੀਵਾਲ ਜੀ ਤੇ ਸਿਸੋਦੀਆ ਨੂੰ ਸਰਟੀਫਿਕੇਟ ਦੇਈ ਜਾਂਦੇ ਆ, ਸਿਸੋਦੀਆ ਕੇਜਰੀਵਾਲ ਨੂੰ ਦੇਈ ਜਾਂਦਾ, ਭਗਵੰਤ ਮਾਨ ਰਾਘਵ ਚੱਡੇ ਤੋਂ ਲਈ ਜਾਂਦਾ ਜਾਂ ਰਾਘਵ ਚੱਡੇ ਨੂੰ ਦੇਈ ਜਾਂਦਾ। ਆਹ ਕੰਮ ਵੀ ਚੱਲ ਪਿਆ ਨਾਲੋਂ ਨਾਲ ਵੀ ਲੋਕ ਤੇ ਸਰਟੀਫਿਕੇਟ ਦੇਣ ਕਿ ਕੌਣ ਕੱਟੜ ਇਮਾਨਦਾਰ ਤੇ ਕੱਟੜ ਦੇਸ਼ ਭਗਤ ਆ। ਇੱਥੇ ਤੱਕ ਸਾਡੀ ਰਾਜਨੀਤੀ ਆ ਗਈ ਹੈ। ਇਸ 'ਚੋਂ ਨਿਕਲਣ ਲਈ ਸਾਨੂੰ ਇੱਕ ਥਾਰੋ ਰਿਵਿਊ ਕਰਨਾ ਪਊਗਾ, ਨਹੀਂ ਤੇ ਜੋ ਕੁਛ ਅਸੀਂ ਰੋਜ਼ ਦੇਖ ਰਹੇ ਹਾਂ ਇਹਦੀ ਭਰਮਾਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਨਜ਼ਰ ਆਊਗੀ। ਤੇ ਲੁੱਟ ਖੋਹ ਆ, ਇਹ ਕੋਈ ਰਾਜ ਆ? ਤੁਸੀਂ ਬੰਦਿਆਂ ਦੇ ਦੋਸ਼ ਲਾਉਂਦੇ ਆ, ਪ੍ਰੈਸ ਕਾਨਫਰੰਸਾਂ ਕਰੀ ਜਾਂਦੇ ਆ, ਦੱਸਦੇ ਕੁਛ ਹੈ ਨਹੀਂ। ਐਕਸ਼ਨ ਕਿਉਂ ਨਹੀਂ ਕਰਦੇ ਜੀ? ਪਹਿਲਾਂ ਤੁਸੀਂ ਦੱਸੋ ਵੀ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਆ? ਇਹਨਾਂ ਕੋਲ ਸਰਕਾਰ ਹੈਗੀ ਆ ਇਸ ਵੇਲੇ। ਮੈਂ ਬਾਕੀ ਜਗ੍ਹਾ ਵੀ ਇਹੋ ਹੀ ਕਹਿੰਦਾ, ਮੈਂ ਇਕੱਲਾ ਆਪ ਨੂੰ ਨਹੀਂ ਕਹਿੰਦਾ, ਸਾਰੀ ਜਗ੍ਹਾ ਹੀ ਜਿੱਥੇ ਕੋਈ ਬੰਦਾ ਫੜਿਆ ਜਾਂਦਾ ਜਾਂ ਕੋਈ ਇਹੋ ਜਿਹੀ ਗੱਲ ਆ, ਸਭ ਤੋਂ ਪਹਿਲਾਂ ਤੁਸੀਂ ਕੇਸ ਦਰਜ ਕਰੋ, ਸਾਇਲੈਂਟ ਚੁੱਪ ਕਰਕੇ ਵਿਜੀਲੈਂਸ ਦੀ ਇਨਕੁਆਇਰੀ ਕਰੋ। ਇਨਕੁਆਇਰੀ ਜਦੋਂ ਤੁਹਾਡੇ ਸਾਹਮਣੇ ਆ ਤੇ ਫਿਰ ਪ੍ਰੈਸ ਕਾਨਫਰੰਸ ਕਰੋ। ਤੁਸੀਂ ਕੰਮ ਦੇ ਅਜੇ ਕੁਝ ਹੋਇਆ ਨਹੀਂ ਹੁੰਦਾ, ਰੌਲਾ ਪਹਿਲਾਂ ਢੋਲ ਗੱਲ 'ਚ ਪਾ ਕੇ ਕੋਠੇ ਤੇ ਚੜ੍ਹ ਕੇ ਤੁਸੀਂ ਤਮਾਸ਼ੇ ਕਰਨ ਲੱਗ ਜਾਂਦੇ। ਇਹ ਕੰਮ ਬੰਦ ਕਰੋ, ਇਹ ਭੰਡਪੁਣਾ ਬੰਦ ਕਰੋ ਔਰ ਲੋਕਾਂ ਨੂੰ ਜੋ ਵਾਅਦੇ ਕਰਕੇ ਆ ਉਹਦੇ ਬਾਰੇ ਸਾਰੀ ਸਾਡੀਆਂ ਡਿਬੇਟਾਂ ਦੇ ਐਫਰਟ ਕੋਸ਼ਿਸ਼ਾਂ ਕੇਂਦਰਿਤ ਹੋਣੀਆਂ ਚਾਹੀਦੀਆਂ। ਜੀ ਮਿਹਰਬਾਨੀ। ਪ੍ਰੈਸ ਸਾਹਿਬ ਦਾ ਕਹਿਣਾ ਕਿ ਭੰਡਪੁਣਾ ਕੀਤਾ ਜਾ ਰਿਹਾ ਹੈ। ਇਸ ਮੁੱਦੇ ਤੇ ਲੋਕਾਂ ਦੇ ਮੁੱਦਿਆਂ ਨੂੰ ਛੱਡ ਕੇ ਜਿਹੜਾ ਇੱਕ ਦੂਜੇ ਦੀਆਂ ਪਿੱਠਾਂ ਥਪਥਪਾਈਆਂ ਜਾ ਰਹੀਆਂ, ਜਿਹੜੇ ਅਸਲੀ ਮੁੱਦੇ ਆ ਉਹਨਾਂ ਤੋਂ ਧਿਆਨ ਭਟਕਾਉਣ ਦੀ ਗੱਲ ਹੈ। ਉਹ ਕਹਿੰਦੇ ਜਿੱਦਾਂ ਪੁਰਾਣੇ ਸਮੇਂ 'ਚ ਰਾਜੇ ਮਹਾਰਾਜੇ ਹੁੰਦੇ ਸੀ, ਇਦਾਂ ਆ ਕੇ ਬਹਿ ਗਏ ਪਾਰਟੀਆਂ ਦੇ ਉੱਤਰ ਵੱਡੇ ਨੇਤਾ। ਸਿੱਧੂ ਸਾਹਿਬ, ਮੈਂ ਇਹ ਬੇਨਤੀ ਕਰਦਾ ਵੀ ਜਦੋਂ ਤੱਕ ਸਾਰੀਆਂ ਪਾਰਟੀਆਂ ਇਸ ਅਹਿਮ ਵਿਸ਼ੇ ਦੇ ਉੱਤੇ ਚਿੰਤਾ ਨਹੀਂ ਕਰਨਗੀਆਂ, ਉਦੋਂ ਤੱਕ ਜਿਹੜਾ ਸੁਧਾਰ ਹੋਣਾ ਬਿਲਕੁਲ ਅਸੰਭਵ ਹੈ। ਕਿਉਂਕਿ ਇਹ ਬਹੁਤ ਵੱਡਾ ਇਸ਼ੂ ਹੈ। ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ, ਲੋਕਾਂ ਦੀਆਂ ਆਪਣੀਆਂ ਭਾਵਨਾਵਾਂ ਨਾਲ ਬੰਦੇ ਜਿਤਾ ਕੇ ਵਿਧਾਨ ਸਭਾ ਦੇ ਅੰਦਰ ਭੇਜੇ ਹੁੰਦੇ ਨੇ। ਜਦੋਂ ਉਹਨਾਂ ਦੇ ਜਿੱਤੇ ਜਿਤਾਏ ਲੋਕਾਂ ਦੇ ਬੰਦੇ, ਜਿਹੜਾ ਕੋਈ ਵਿਧਾਇਕ, ਕੋਈ ਸੱਤਾਧਾਰੀ, ਕੋਈ ਹੋਰ ਧਿਰ ਜਿਹੜੀ ਕੇਂਦਰ ਦੀ ਵਿੱਚ ਬੈਠੀ ਹੈ, ਜਿਹੜੀ ਜਿਵੇਂ ਭਾਜਪਾ ਵਰਗੀ, ਉਹ ਖਰੀਦ ਲੇ, ਤਾਂ ਫਿਰ ਜਿਹੜਾ ਲੋਕਤੰਤਰ ਦਾ ਕੀ ਬਣੇਗਾ? ਫਿਰ ਤਾਂ ਜਿਹੜੀਆਂ ਉਮੀਦਾਂ ਨਾਲ ਲੋਕ ਚੁਣੇ ਨੇ, ਉਹਨਾਂ ਉਮੀਦਾਂ ਦਾ ਕੀ ਬਣੂਗਾ? ਇਸ ਕਰਕੇ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਇਕੱਤਰ ਹੋ ਕੇ
ਇੱਕ ਪਾਸੇ ਸੋਚਣਾ ਚਾਹੀਦਾ ਵੀ ਇਹ, ਕਿਉਂਕਿ ਇਸ ਤੋਂ ਬਾਅਦ ਤਾਂ ਕੋਈ ਗੱਲ ਰਹਿ ਹੀ ਨਹੀਂ ਜਾਂਦੀ। ਪਰ ਸੰਧੂ ਸਾਹਿਬ ਮੈਂ ਸਵਾਲ ਜਿਹੜਾ ਹੈਗਾ ਤੁਹਾਡੇ ਤੋਂ ਲੈਣਾ ਚਾਹੁੰਦਾ, ਜੋ ਭਾਜਪਾ ਦੇ ਬੁਲਾਰੇ ਆ ਉਹ ਕਹਿੰਦੇ ਵੀ ਇਹ ਸਾਨੂੰ ਤਾਂ ਖਰੀਦਣ ਦੀ ਲੋੜ ਹੀ ਨਹੀਂ, ਅਸੀਂ ਤਾਂ ਵਿਧਾਇਕ ਖਰੀਦਣੇ ਨਹੀਂ, ਆਪ ਵਾਲੇ ਤਾਂ ਝੂਠਾਂ ਦੇ ਸਰਦਾਰ ਆ, ਜਾਣਬੁੱਝ ਕੇ ਝੂਠ ਬੋਲ ਰਹੇ ਆ, ਇਹ ਕਹਿ ਜਾ ਕਹਿੰਦੇ ਸਾਨੂੰ ਲੋੜ ਹੀ ਨਹੀਂ ਖਰੀਦਣ ਦੀ। ਕਿਉਂ? ਮੈਂ ਦੱਸਣਾ ਜੀ ਕਿਉਂ ਖਰੀਦਣ ਦੀ ਲੋੜ ਹੈ। ਇਹਨਾਂ ਦੇ ਹੱਥ 10 ਵਿਧਾਇਕ ਵੀ ਆ ਜਾਣ, ਇਹਨਾਂ ਦੀ ਪੂਰੇ ਇੰਡੀਆ 'ਚ ਬੱਲੇ ਬੱਲੇ ਹੋ ਜਾਂਦੀ ਹੈ। ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਨੰਬਰ 1 ਇੰਡੀਆ ਬਣਾਉਣ ਦਾ ਸੰਕਲਪ ਲੈ ਕੇ ਜਿਹੜਾ ਪੂਰਾ ਮੁਹਿੰਮ ਜਿਹੜੀ ਉਹ ਚਲਾਈ ਹੋਈ ਹੈ। ਦਿੱਲੀ ਦੇ ਵਿੱਚ ਅਸੀਂ ਸੱਤਾ ਦੇ ਵਿੱਚ ਆਏ ਹੋਏ ਹਾਂ 3ਜੀ ਦਫਾ, ਪੰਜਾਬ ਦੇ ਵਿੱਚ ਅਸੀਂ 92 ਸੀਟਾਂ ਲੈ ਕੇ ਜੇਤੂ ਹੋਏ ਹਾਂ, ਹਰਿਆਣੇ ਦੇ ਵਿੱਚ ਜਿਹੜਾ ਉੱਥੇ ਕਈ ਨਗਰ ਕੌਂਸਲਾਂ ਦੇ ਵਿੱਚ ਬਹੁਤ ਸਾਰੇ ਐਮਸੀ ਸਾਡੇ ਹਾਲਾਂਕਿ 2 ਸਾਲ ਪਏ ਨੇ ਚੋਣਾਂ ਦੇ ਵਿੱਚ ਜੇਤੂ ਹੋ ਚੁੱਕੇ ਨੇ, ਔਰ ਉੱਥੇ ਕੁਝ ਜਿਹੜੀਆਂ ਨਗਰ ਕੌਂਸਲਾਂ ਜਿਵੇਂ ਕਿ ਸਮਾਲਾਬਾਦ ਹੈ ਉੱਥੇ ਤਾਂ ਨਗਰ ਕੌਂਸਲ ਦਾ ਪ੍ਰਧਾਨ ਵੀ ਸਾਡਾ ਬਣ ਚੁੱਕਿਆ ਹੈ। ਗੁਜਰਾਤ ਦੇ ਵਿੱਚ ਸੂਰਤ ਦੇ ਵਿੱਚ 27 ਐਮਸੀ ਸਾਡੇ ਬਣ ਚੁੱਕੇ ਨੇ, ਮੱਧ ਪ੍ਰਦੇਸ਼ ਦੇ ਵਿੱਚ ਸਿੰਗਰੌਲੀ ਦੇ ਵਿੱਚ ਅਸੀਂ ਸਾਡਾ ਪ੍ਰਧਾਨ ਜਿਹੜਾ ਉਹ ਬਣ ਚੁੱਕਿਆ ਹੈ। ਇਸ ਕਰਕੇ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਹੈਗਾ ਹੈ ਉਹ ਸਾਡਾ ਜਿਵੇਂ ਦਰਮਦਾਰ ਵੱਧ ਰਿਹਾ ਹੈ, ਤਾਂ ਕੁਦਰਤੀ ਤੌਰ ਤੇ ਇਹਨਾਂ ਨੂੰ ਡਰ ਪਿਆ ਹੋਇਆ ਹੈ। ਓਕੇ, ਆਪਾਂ ਜਵਾਬ ਲੈ ਲਈਏ। ਵੀ ਇਹਨਾਂ ਨੂੰ ਆਇਆ ਵੀ 10 ਬੰਦੇ ਵੀ ਕਿਤੇ ਟੁੱਟ ਕੇ ਆ ਜਾਣ ਤਾਂ ਸਾਡੀ ਹਿੰਦੁਸਤਾਨ 'ਚ ਇਹ ਹੋ ਜੇ ਵੀ ਜਿਹੜੇ ਸਟੇਟਾਂ ਦੀ ਇਹ ਉਦਾਹਰਨ ਦੇਣਾ ਚਾਹੁੰਦੇ ਨੇ ਇੰਡੀਆ ਦੇ ਵਿੱਚ, ਆਹ ਵੇਖੋ ਜੀ ਉੱਥੇ ਤਾਂ ਜਿਹੜੀ ਆਮ ਆਦਮੀ ਪਾਰਟੀ ਮੂੰਹ ਤੇ ਮੂੰਹ ਪੈ ਗਈ ਏ, ਉੱਥੇ ਉਹਨਾਂ ਦੇ ਤਾਂ ਆਪਣੇ ਵਿਧਾਇਕ ਛੱਡ ਕੇ ਬੀਜੇਪੀ ਵਿੱਚ ਚਲੇ ਗਏ ਨੇ। ਆਪਾਂ ਜਵਾਬ ਲੈ ਲਈਏ ਜੀ। ਇਹਨਾਂ ਕੀ ਵੇਖੋ ਇਹਨਾਂ ਨੇ ਕੀ ਕੀਤਾ ਹੈ, ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਕੋਈ ਪ੍ਰਾਪਤੀ ਨਹੀਂ ਕੀਤੀ ਵੀ ਹਾਂ ਬੀਜੇਪੀ ਦੇ ਬਹੁਤ ਵਧੀਆ ਕੰਮ ਨੇ। ਦੂਜੀ ਵਾਰੀ ਵੀ ਮੋਦੀ ਆਏ ਤਾਂ ਉਹਦਾ ਇੱਕ ਕਾਰਨ ਹੈ ਕਿਉਂਕਿ ਇਹਨਾਂ ਨੇ ਵਿਰੋਧੀ ਧਿਰ ਵਿੱਚ ਬੈਠੀ ਹੋਈ ਕਾਂਗਰਸ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ, ਜਿਹੜਾ ਕਾਂਗਰਸ ਮੁਕਤ ਭਾਰਤ ਜਿਹੜਾ ਇਹਨਾਂ ਨੇ ਬਣਾ ਦਿੱਤਾ। ਇਸ ਕਰਕੇ ਹੁਣ ਇਹਨਾਂ ਨੂੰ ਇਹ ਆ ਵੀ ਕਿ ਵਿਰੋਧੀ ਧਿਰ ਉੱਠੇ ਨਾ, ਜੇ ਵਿਰੋਧੀ ਧਿਰ ਉੱਠੂਗੀ ਇਹਨਾਂ ਵਾਸਤੇ ਚੈਲੰਜ ਬਣੇਗਾ। ਸੰਧੂ ਸਾਹਿਬ ਦੇਖੋ, ਜਿਹੜੀ ਤੁਸੀਂ ਕਾਂਗਰਸ ਦੀ ਗੱਲ ਕਰਦੇ ਹੋ, ਕਾਂਗਰਸ ਤਾਂ ਕਹਿ ਰਹੀ ਹੈ ਕਿ ਹਾਈ ਕੋਰਟ ਦੇ ਮਾਮਲੇ 'ਚ ਜਾਂਚ ਜੱਜੀ ਹੋਣੀ ਚਾਹੀਦੀ ਹੈ, ਕਰਾ ਲਓ ਜਾਂਚ। ਇਹ ਬੰਦੇ ਤੋੜਨਾ ਚਾਹੁੰਦੇ ਨੇ ਔਰ ਇਹਨਾਂ ਨੂੰ ਇਹ ਆ ਵੀ 1 2 4 10 20 ਬੰਦੇ ਵੀ ਟੁੱਟ ਕੇ ਆ ਜਾਣ ਤਾਂ ਬਸ ਇਹਨਾਂ ਦੀ ਜਿਹੜੇ ਇੰਡੀਆ ਲੈਵਲ ਤੇ ਜਿਹੜੀ ਇਹਨਾਂ ਦੀ ਗੱਲਬਾਤ 3ਜੀ ਦਫਾ ਪ੍ਰਧਾਨ ਮੰਤਰੀ ਬਣਾਉਣ ਦਾ ਇਹਨਾਂ ਦਾ ਰਾਹ ਜਿਹੜਾ ਪੱਧਰਾ ਹੋ ਜਾਊਗਾ। ਸੰਧੂ ਸਾਹਿਬ ਆਪਾਂ ਜਵਾਬ ਲੈ ਲਈਏ। ਭਾਜਪਾ ਦੇ ਬੁਲਾਰੇ ਸਾਡੇ ਨਾਲ ਬੈਠੇ ਆ, ਆਪਾਂ ਉਹਨਾਂ ਤੋਂ ਜਵਾਬ ਲੈਣੇ ਆ। ਗੁੱਸਾ ਜੀ ਕਹਿੰਦੇ ਵੀ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਆਪ ਦੀ ਚੜ੍ਹਤ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਅੰਦਰ, ਉਸ ਤੋਂ ਘਬਰਾ ਕੇ ਭਾਜਪਾ ਨੇ ਇਸ ਤਰ੍ਹਾਂ ਦਾ ਜਿਹੜਾ ਆਪਰੇਸ਼ਨ ਚਲਾਇਆ ਤਾਂ ਕਿ 10 ਵਿਧਾਇਕ ਵੀ ਤੋੜ ਲਈਏ ਤਾਂ ਕਹਿੰਦੇ ਸਾਡੀ ਬੱਲੇ ਬੱਲੇ ਹੋ ਜੂ, ਔਰ ਕਹਿ ਸਕਦੇ ਆ ਕਿ ਆਪ ਨੂੰ ਮੁੱਦੇ ਮੂੰਹ ਸੁੱਟ ਦਿੱਤਾ। ਇਸ ਕਰਕੇ ਕੀਤਾ ਜਾ ਰਿਹਾ ਭਾਜਪਾ ਵੱਲੋਂ। ਸਿੱਧੂ ਸਾਹਿਬ ਏਦਾਂ ਹੈ, ਆਮ ਆਦਮੀ ਪਾਰਟੀ ਤਾਂ ਬਹੁਤ ਕੁਝ ਬੋਲਦੀ ਹੈ। ਇਹ ਕਹਿੰਦੇ ਵੀ ਸੰਕਲਪ ਲਿਆ, ਸੰਕਲਪ ਦੇ ਉੱਤੇ ਸੱਚ ਬੋਲਣਾ ਵੀ ਸਿੱਖ ਲਓ, ਇਕੱਲਾ ਝੂਠ ਨਾ ਬੋਲੋ। ਅਸੀਂ ਤਾਂ ਸਾਫ਼ ਕਿਹਾ ਸਿਟਿੰਗ ਜੱਜ ਤੋਂ ਜਾਂਚ ਹੋਊਗੀ, ਅਸੀਂ ਛੱਡਦੇ ਨਹੀਂ। ਅਸੀਂ ਚਾਹੁੰਦੇ ਆ ਕਿ ਇਹਦੇ ਸੱਚ ਬਾਹਰ ਆਵੇ। ਅਸੀਂ ਤਾਂ ਕਹਿ ਹੀ ਨਹੀਂ ਰਹੇ ਵੀ ਅਸੀਂ ਜਾਂਚ ਕਰ ਰਹੇ ਹਾਂ। ਸਿਟਿੰਗ ਜੱਜ ਤੋਂ ਮੰਗੀ ਜਾਂਚ, ਹਾਈ ਕੋਰਟ ਦੇ ਜੱਜ ਤੋਂ, ਸਿਟਿੰਗ ਜੱਜ ਤੋਂ ਮੰਗੀ। ਦੂਜੀ ਗੱਲ, ਹੁਣ ਇਹ ਜਵਾਬ ਦੇਣ ਭੱਜਣ ਨਾ, ਇਹਨਾਂ ਨੇ ਇਲਜ਼ਾਮ ਲਗਾਇਆ ਭਾਰਤੀ ਜਨਤਾ ਪਾਰਟੀ ਤੇ। ਦੂਜਾ ਗੱਲ ਹੈ ਵੀ ਇਹ ਕਹਿੰਦੇ ਸਾਡੇ ਅਸੀਂ ਬੰਦੇ ਜਿਹੜੇ ਲਿਆਂਦੇ ਆ ਬੜੇ ਇਮਾਨਦਾਰ ਲਿਆਂਦੇ ਆ, ਫਿਰ ਇਹਨਾਂ ਨੂੰ ਡਰ ਕਾਹਦਾ। ਤੀਜੀ ਗੱਲ ਦਾ ਜਵਾਬ ਦੇਣ, ਇਹ ਕਹਿੰਦੇ ਵੀ ਇਹ ਜਿਹੜੇ ਇਹਨਾਂ ਕੋਲ 47 ਬੰਦੇ ਕਾਂਗਰਸ ਦੇ ਸ਼ਾਮਿਲ ਹੋਏ ਸੀ, ਉਹ ਕਿੰਨਿਆਂ 'ਚ ਖਰੀਦੇ ਸੀ? ਇਹਦਾ ਮਤਲਬ ਤਾਂ ਇਹਨਾਂ ਨੇ ਵੀ ਖਰੀਦੇ ਹੋਣਗੇ ਜੇ ਦੂਜੇ ਤੇ ਇਲਜ਼ਾਮ ਦਿੰਦੇ। ਇਹ 3। ਚੌਥੀ ਗੱਲ ਹੁਣ ਮੈਂ ਤੁਹਾਨੂੰ ਦੱਸਣ ਲੱਗਾ, ਇਹ ਕਾਰਨ ਕੀ ਹੈ, ਅੱਜ ਇਹ ਰੋਲਾ ਪਾ ਕਿਉਂ ਰਹੇ ਆ। ਇਹ ਇਸ ਕਰਕੇ ਰੋਲਾ ਪਾ ਰਹੇ, ਭਗਵੰਤ ਮਾਨ ਜੀ ਨੂੰ ਕਮਜ਼ੋਰ ਸਾਬਿਤ ਕਰਨਾ ਚਾਹੁੰਦੇ, ਪੰਜਾਬ ਦੇ 'ਚ ਰਾਘਵ ਚੱਡੇ ਨੂੰ ਅੱਗੇ ਲਿਆਉਣਾ ਚਾਹੁੰਦੇ ਆ। ਇਹ ਸਾਰਾ ਖੇਡ 1 ਨੰਬਰ ਤੇ ਇਹ ਰਚਿਆ, ਤੇ ਦੂਜਾ ਇਹਨਾਂ ਦੇ ਬੰਦੇ ਜਿਹੜੇ ਕਰਪਸ਼ਨ, ਸੁਣੋ ਜੀ, ਦੂਜਾ ਕਰਪਸ਼ਨ ਦੇ ਵਿੱਚ ਇਹਨਾਂ ਦੇ ਜਿੰਨੇ ਬੰਦੇ ਕਵਰੇਜ ਵੀ ਨਹੀਂ, ਸਾਰੇ ਬੰਦੇ ਗਿਣਾਤੇ, ਮੈਂ ਬਾਰ-ਬਾਰ ਨਾਮ ਗਿਣਾਉਣਾ ਨਹੀਂ ਚਾਹੁੰਦਾ। ਇਹ ਸਾਰੇ ਬੰਦੇ ਜਿਹੜੇ ਕਰਪਟ ਬੰਦੇ ਆ, ਜਿਹੜੇ ਉਹਨਾਂ ਹੁਣ ਉਹ ਇਹਨਾਂ ਦੇ ਖਾਤੇ 'ਚ ਪੈਂਦੇ ਪਏ ਆ ਤੇ ਉਹਦਾ ਡਿਵਰਟ ਕਰਨ ਵਾਸਤੇ ਡਰਾਮਾ ਕੀਚਰ ਰਿਹਾ। ਤੀਜੀ ਗੱਲ, ਪੰਜਾਬ 'ਚ ਜਿਹੜੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਆ ਉਹ ਪੂਰੇ ਨਹੀਂ ਹੋ ਰਹੇ। ਇਹਨਾਂ ਨੂੰ ਪਤਾ ਕਰਜ਼ਾਈ ਸਟੇਟ ਹੈ 3 ਲੱਖ ਦੇ ਉੱਤੇ, ਤੇ ਹੁਣ ਉਹ ਪੂਰੇ ਨਹੀਂ ਹੋਣੇ। ਇਹ ਹੁਣ ਮਾਈਂਡ ਡਿਵਰਟ ਕਰਨ ਵਾਸਤੇ ਦਾ ਡਰਾਮੇ ਕਰ ਰਹੇ, ਪਰ ਹੁਣੇ ਫਸ ਗਏ ਆ, ਹੁਣੇ ਫਸ ਗਏ ਆ। ਅਸੀਂ ਹੁਣ ਇਹਨਾਂ ਦੀ ਤਹਿ ਤੱਕ ਜਾਵਾਂਗੇ ਜੀ। ਆਪਾਂ ਜਵਾਬ ਲੈ ਲਈਏ। ਸੰਧੂ ਸਾਹਿਬ, ਸਪਸ਼ਟ ਤੌਰ ਤੇ ਕਿਹਾ ਗਿਆ, ਸਪਸ਼ਟ ਤੌਰ ਤੇ ਮੇਰਾ ਸਵਾਲ ਸੁਣ ਲਓ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਕਮਜ਼ੋਰ ਕਰਨ ਦੇ ਲਈ ਇਹ ਸਾਰੀ ਨੀਤੀ ਜਿਹੜੀ ਭਾਜਪਾ ਦੇ ਅੰਦਰੋਂ ਹੀ ਜਿਹੜੀ ਕਿ ਜੋ ਤੁਸੀਂ ਕਹਿ ਰਹੇ ਹੋ ਉਹਨਾਂ ਵੱਲੋਂ ਨਹੀਂ ਘੜੀ ਗਈ, ਇਹ ਤਾਂ ਅਰਵਿੰਦ ਕੇਜਰੀਵਾਲ ਵੱਲੋਂ ਘੜੀ ਗਈ ਨੀਤੀ ਹੈ। ਭਾਜਪਾ ਦੇ ਤਾਂ ਖਾਮ ਖਾ ਦੇ ਦੋਸ਼ ਲੱਗਦੇ ਆ। ਦੂਜੀ ਗੱਲ, ਭ੍ਰਿਸ਼ਟਾਚਾਰ ਦੇ ਮੁੱਦੇ,
ਉਹਨਾਂ ਨੂੰ ਲੁਕਾਉਣ ਲਈ ਜਿਹੜੇ ਆਗੂਆਂ ਦੇ ਉੱਤੇ ਲੱਗ ਰਿਹਾ, ਉਹਨਾਂ ਨੂੰ ਛੁਪਾਉਣ ਲਈ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਗਲਤ ਪਾਸੇ ਵੱਲ ਨੂੰ ਸਾਰੀ ਸਥਿਤੀ ਨੂੰ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪ ਵੱਲੋਂ। ਇੱਕ ਇਹ ਵੀ ਪੁੱਛ ਰਹੇ ਜੀ ਅਣਪਛਾਤੇ ਵਾਲੀ ਵਾਈਫਾਈ ਕਹਿ ਰਹੇ ਨੇ ਇਹ ਸਾਰਾ ਕੁਝ ਇਸ ਅਣਪਛਾਤਿਆਂ ਦੀ ਗੱਲ ਵੀ ਕਰਦੇ ਆ, ਪੈਦ ਕਰ ਰਹੇ ਨੇ। ਇਸ ਕਰਕੇ ਇਹ ਨਹੀਂ ਹੈਗਾ ਕਿ ਕਿਸੇ ਤਰ੍ਹਾਂ ਦਾ ਫਰਕ ਹੈਗਾ, ਉਹ ਵੀ ਤੁਹਾਡੇ ਸਾਹਮਣੇ ਆ ਕੇ ਸਾਰੀ ਇੱਥੇ ਪ੍ਰੈਸ ਕਾਨਫਰੰਸ ਜਿਹੜੀ ਉਹ ਕਰਨਗੇ ਤਾਂ ਕੁਦਰਤੀ ਤੌਰ ਤੇ ਸਾਰਾ ਕੁਝ ਤੁਹਾਨੂੰ ਸਪਸ਼ਟ ਹੋ ਜਾਏਗਾ। ਜਿਹੜੀ ਗੱਲ ਕੰਮਾਂ ਦੀ ਕਰਦੇ ਨੇ, ਕੰਮ ਤਾਂ ਜਿੰਨੇ ਅਸੀਂ 5 ਮਹੀਨਿਆਂ 'ਚ ਕਰਤੇ ਇਹਨੇ ਤਾਂ ਇਹਨਾਂ ਤੋਂ 5 ਸਾਲਾਂ 'ਚ ਨਹੀਂ ਹੋਏ, ਜਿਹੜੇ ਪਿਛਲੇ 50 ਮਹੀਨਿਆਂ 'ਚ ਕੰਮ ਕਰਿਆ ਕਰਦੇ ਨੇ। ਜਿੰਨੀਆਂ 17,500 ਪੰਜਾਬ 'ਚ ਸੜਕਾਂ ਸੋਨੇ ਦੀਆਂ ਕਰ ਦਿੱਤਾ, ਸਿੱਧੀ ਨੌਕਰੀ ਦੇ ਦਿੱਤੀ ਨੌਜਵਾਨਾਂ ਨੂੰ। ਇਹ ਨੌਕਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ ਹੈ, ਜਦੋਂ ਕਿ ਦੂਜੀਆਂ ਸਰਕਾਰਾਂ ਵਿੱਚ ਤਾਂ ਪਿਛਲੇ 5 ਮਹੀਨਿਆਂ ਜਦੋਂ ਪਿਛਲੇ ਥੋੜਾ ਜਿਹਾ ਪੀਰੀਅਡ ਰਹਿ ਜਾਂਦਾ ਸੀ ਤੇ ਉਧਰੋਂ ਨੌਕਰੀਆਂ ਕੱਢਿਆ ਕਰਦੇ ਸੀ ਤੇ ਉਧਰੋਂ ਜਾਬਤਾ ਲੱਗ ਜਾਂਦਾ ਸੀ। ਇਸ ਕਰਕੇ ਸਾਰੇ ਖੇਤਰਾਂ ਦੇ ਵਿੱਚ ਜਿੰਨੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ, ਆ ਫੈਕਲਟੀ ਟੀਚਰ ਉਹ ਵਧਾਈਆਂ ਦੇਣ ਆ ਰਹੇ ਨੇ ਆਮ ਆਦਮੀ ਪਾਰਟੀ ਦੇ। ਚਲੋ ਵਿਕਾਸ ਦੀਆਂ ਗੱਲਾਂ ਆਪਾਂ ਕਿਸੇ ਦਿਨ ਵਿਕਾਸ ਦੇ ਮੁੱਦੇ ਤੇ ਵੀ ਬਹਿਸ ਰੱਖ ਲਾਂਗੇ, ਪਰ ਬਿਲਕੁਲ ਜਿਹੜੀ ਗੱਲ ਗੋਸ਼ਾ ਜੀ ਨੇ ਕਹੀ ਹੈ, ਸੰਧੂ ਸਾਹਿਬ ਜਿਹੜੀ ਗੱਲ ਗੋਸ਼ਾ ਜੀ ਉਹ ਕਹਿੰਦੇ ਵੀ ਜੇ ਆਪ ਦੇ ਵਿਧਾਇਕ ਇੰਨੇ ਹੀ ਅਖਲਾਕ ਵਾਲੇ ਹੈ, ਸੱਚੇ ਸੁੱਚੇ ਹੈ, ਤਾਂ ਫਿਰ ਉਹਨਾਂ ਨੂੰ ਤੋੜਨ ਦਾ ਕੀ ਡਰ ਹੈ, ਕਿਉਂ ਖਦਸ਼ਾ? ਉਹ ਉਲਟਾ ਸਗੋਂ ਭਾਜਪਾ ਵੱਲੋਂ ਆਪ ਨੂੰ ਕਿਹਾ ਜਾ ਰਿਹਾ। ਲੈ ਇਹਦੇ ਵਿੱਚ ਵੀ ਗੱਲ ਸਾਬਤ ਕਰ ਦੇਣਾ, ਵੇਖੋ ਜਿਨ੍ਹਾਂ ਨੇ ਟੁੱਟਣਾ ਹੁੰਦਾ ਨਾ ਉਹ ਦੱਸ ਦੇਣੀ। ਉਹ ਤਾਂ ਜਿਵੇਂ ਕਾਂਗਰਸ ਵਾਲੇ, ਸ਼ਿਵ ਸੈਨਾ ਵਾਲੇ, ਜਨਤਾ ਦਲ ਸੈਕੂਲਰ ਵਾਲੇ, ਉਹ ਜਿਵੇਂ ਚੁੱਪ ਚਪੀਤੇ ਭੱਜ ਜਾਂਦੇ ਨੇ, ਉਹ ਤਾਂ ਚੁੱਪ ਚਪੀਤੇ ਚਲੇ ਜਾਂਦੇ ਨੇ, ਉਹ ਫਿਰ ਰੌਲਾ ਰੂਲਾ ਨਹੀਂ ਪਾਉਂਦੇ ਹੁੰਦੇ ਜੀ, ਉਹ ਕਦੇ ਉਸ ਗੱਲ ਦਾ ਵਿਰੋਧ ਤਾਂ ਨਹੀਂ ਕਰਦੇ ਹੁੰਦੇ। ਇਸ ਕਰਕੇ ਜਿਨ੍ਹਾਂ ਨੇ ਨਹੀਂ ਵਿਕਣਾ, ਜਿਹੜੇ ਆਪਦੇ ਦੀਨ ਮਾਨ ਤੇ ਖੜੇ ਹੋਏ ਨੇ, ਉਹ ਲੋਕ ਕਹਿ ਰਹੇ ਨੇ ਵੀ ਹਾਂ ਇਹ ਖਰੀਦੋ ਫਰੋਖਤ ਦੀ ਕੋਸ਼ਿਸ਼ ਕਰ ਰਹੇ ਨੇ। ਚਲੋ ਤੁਹਾਡੀ ਗੱਲ ਆ ਗਈ। ਅਣਪਛਾਤੇ ਨਹੀਂ FIR ਦੱਸਣ ਜੀ, ਅਣਪਛਾਤੇ ਕਿਉਂ ਕੀਤੀ ਗਈ ਜੇ ਭਾਜਪਾ ਨੇ ਲਾਏ ਸੀ, ਇਹ ਤਾਂ ਦੱਸ ਦੇਣ। ਇੱਕ ਜਵਾਬ ਹੋਰ ਸੰਧੂ ਸਾਹਿਬ, ਉਹ ਕਹਿੰਦੇ FIR ਜਿਹੜੀ ਦਰਜ ਕਰਾਈ ਹੈ ਕਿਹਨਾਂ ਤੇ ਦੋਸ਼ ਲਗਾਏ ਆ, ਅਣਪਛਾਤੇ ਆ, ਕੌਣ ਹੈ, ਉਹ ਤੇ ਗੱਲ ਕਹਿੰਦੇ ਸਪਸ਼ਟ ਕਰੋ ਸੰਧੂ ਸਾਹਿਬ। FIR ਤਾਂ ਤੁਹਾਡੇ ਉਹ ਸਾਰਾ ਕੁਝ ਸਾਹਮਣੇ ਆ ਹੀ ਜਾਣਾ, ਇਹਦਾ ਕੋਈ ਲੁਕੀ ਛੁਪੀ ਨਹੀਂ ਰਹਿਣੀ। ਨਹੀਂ, ਜੇ ਭਾਰਤੀ ਜਨਤਾ ਪਾਰਟੀ ਨੇ ਤੁਹਾਨੂੰ ਖਰੀਦਣ ਦੀ ਕੀਤੀ ਤੇ ਫਿਰ FIR ਕਰ ਦਿੰਦੇ ਨਾ ਬੰਦੇ ਤੇ, ਉਹ ਕਿਉਂ ਨਹੀਂ ਕੀਤੀ? ਸਰਕਾਰ ਤੁਹਾਡੀ ਹੈ, ਇਹ ਵੀ ਇਲਜ਼ਾਮ ਨਹੀਂ ਲਾ ਸਕਦੇ ਵੀ ਸਰਕਾਰ ਸਾਡੀ ਨਹੀਂ ਹੈ। ਸੰਧੂ ਸਾਹਿਬ ਦਿਓਗੇ ਜਵਾਬ? ਮੈਨੂੰ ਦੁਹਰਾਓ ਜੀ, ਗੱਲ ਦੁਹਰਾਓ ਜੀ। ਉਹ FIR ਦੇ ਮੁੱਦੇ ਤੇ ਗੱਲ ਕਰ ਰਿਹਾ ਸੰਧੂ ਸਾਹਿਬ, ਉਹ ਕਹਿੰਦੇ ਕਿ ਵੀ ਬਾਈ ਨੇਮ FIR ਜਿਹੜੇ ਦੋਸ਼ੀ ਜਿਹੜੇ ਬੰਦਿਆਂ ਨੇ ਫੋਨ ਕੀਤੇ ਜਾਂ ਥ੍ਰੈਟਸ ਕੀਤੀਆਂ, ਕਹਿੰਦੇ ਬਾਈ ਨੇਮ ਕਿਉਂ ਨਹੀਂ ਸਾਹਮਣੇ ਲਿਆਂਦੀ ਗਈ ਗੱਲ? ਇਹ ਕਹਿ ਰਹੇ ਕਹਿੰਦੇ ਸੱਚਾਈ ਸਾਹਮਣੇ ਤਾਂ ਹੀ ਆਏਗੀ। ਸਾਰਾ ਕੁਝ ਹੀ ਸਾਰੀ ਜਾਂਚ ਹੋਏਗੀ ਜੀ, ਸਾਰਾ ਕੁਝ ਜਾਂਚ ਤੋਂ ਬਗੈਰ ਹੀ FIR ਸਾਹਮਣੇ ਆ ਜਾਣਗੇ ਜੀ। ਬਿਲਕੁਲ, ਜਿਹੜਾ ਚਲੋ ਤੁਹਾਡਾ ਵਿਊ ਪੁਆਇੰਟ ਆ ਹੀ ਗਿਆ। ਕਮਰ ਜੀ ਆਪਾਂ ਜਿਹੜਾ ਬਿਲਕੁਲ ਕਲੀਅਰ ਹੋ ਜਾਊਗਾ। ਕਮਰ ਹਰਪ੍ਰੀਤ ਬਾਰ-ਬਾਰ ਜਿਹੜਾ ਆਪ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਵਿਧਾਇਕ ਜਿਹੜੇ ਅਖਲਾਕ ਵਾਲੇ ਆ, ਇਹ ਕਾਂਗਰਸ ਦੀ ਤਰ੍ਹਾਂ ਨਹੀਂ ਹੈ, ਕਿਤੇ 20 ਤੋੜ ਲਏ, ਕਿਤੇ 30 ਤੋੜ ਲਏ ਜਾਂ 10 ਤੋੜ ਲਏ। ਕਿਉਂ ਕਾਂਗਰਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਕੀ ਲੱਗਦਾ ਹੈ ਦੇਸ਼ ਦੇ ਅੰਦਰ ਕਾਂਗਰਸ ਇੰਨੀ ਕਮਜ਼ੋਰ ਹੈ ਕਿ ਭਾਜਪਾ ਉਹਨੂੰ ਟਾਰਗੇਟ ਕਰ ਰਹੀ ਹੈ? ਨਹੀਂ ਸਿੱਧੂ ਸਾਹਿਬ, ਇਸ ਤਰ੍ਹਾਂ ਹੈ, ਦੇਖੋ ਇਹ ਭਾਰਤੀ ਜਨਤਾ ਪਾਰਟੀ ਦੀ, ਕਿਉਂਕਿ ਮੈਂ ਪਹਿਲਾਂ ਕਹਿ ਚੁੱਕਿਆ ਵੀ ਜਿਹੜੀ ਚੁਣੇ ਹੋਏ ਨੁਮਾਇੰਦਿਆਂ ਦੀ ਖਰੀਦੋ ਫਰੋਖਤ ਜਾਂ ਡਰਾ ਧਮਕਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਜਿਹੜੀ ਇੱਕ ਬਦਨਾਮੀ ਹੈ, ਉਹਦੇ ਬਾਰੇ ਆਪਾਂ ਸਾਰੇ ਜਾਣਦੇ ਹਾਂ, ਸਾਰੀ ਦੁਨੀਆ, ਸਾਰਾ ਦੇਸ਼ ਜਾਣਦਾ ਹੈ ਜੀ। ਮਸਲਾ ਇਸ ਗੱਲ ਦਾ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਕਰ ਰਹੇ ਨੇ, ਇਹ ਸ਼ਗੂਫੇਬਾਜ਼ੀ ਹੈ। ਇਹ ਸਿਰਫ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਦਨਾਮੀ ਹੈ ਨਾ, ਉਹਦਾ ਲਾਹਾ ਲੈਣ ਦਾ ਯਤਨ ਕਰ ਰਹੇ ਹੈ, ਕਿਉਂਕਿ ਇਹਨਾਂ ਦੇ ਪਾਰਟੀ ਦੇ ਅੰਦਰ ਕਿਤੇ ਨਾ ਕਿਤੇ ਇੱਕ ਡਿਸਸੈਟੀਸਫੈਕਸ਼ਨ ਦਾ ਮਾਹੌਲ ਸ਼ੁਰੂ ਹੋ ਗਿਆ 6 ਮਹੀਨਿਆਂ ਦੇ ਵਿੱਚ ਹੀ। ਕਿਉਂਕਿ ਜਿਸ ਤਰੀਕੇ ਨਾਲ ਇਹ ਸਰਕਾਰ ਦੇ ਨੁਮਾਇੰਦੇ, ਇਹਨਾਂ ਦੇ MLA ਸਰਕਾਰ ਦੀ ਫਜ਼ੀਹਤ ਕਰਵਾ ਰਹੇ ਨੇ ਨਾ, ਤੇ ਉਹਦੇ ਕਰਕੇ ਬਿਲਕੁਲ ਇਹਨਾਂ ਦੀ ਪਾਰਟੀ ਦੇ ਅੰਦਰ ਇੱਕ ਡਿਸਸੈਟੀਸਫੈਕਸ਼ਨ ਸ਼ੁਰੂ ਹੋ ਗਈ ਹੈ। ਤੇ ਉਹ ਕਿਉਂਕਿ ਇਹਨਾਂ ਨੂੰ ਦਿਖਦਾ ਹੈ ਵੀ ਕਿਤੇ ਨਾ ਕਿਤੇ ਬਗਾਵਤ ਸੁਲਝ ਸਕਦੀ ਹੈ, ਬਗਾਵਤ ਤੇ ਭਾਂਬੜ ਮਚਣਗੇ, ਤੇ ਅਸੀਂ ਉਦੋਂ ਇਹ ਦੋਸ਼ ਲਾ ਦਿਆਂਗੇ ਕਿ ਦੇਖੋ ਅਸੀਂ ਤਾਂ ਪਹਿਲਾਂ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਸਾਡੇ ਬੰਦਿਆਂ ਨੂੰ ਖਰੀਦ ਰਹੀ ਹੈ, ਤੇ ਉਹਦਾ ਇਹ ਨਤੀਜਾ ਇਸ ਤੋਂ ਪਹਿਲਾਂ ਦੱਸਤਾ ਸੀ। ਸੋ ਇੱਕ ਨਾ ਕਾਊਂਟਰ ਕਰਨ ਦੇ ਲਈ ਕਹਿ ਲਓ ਸੈਲਫ ਡਿਫੈਂਸ ਮੋਡ ਦੇ ਪਹਿਲਾਂ ਹੀ ਆ ਗਏ ਨੇ। ਇਸ ਕਰਕੇ ਇਹ ਗੱਲ ਪਤਾ ਲੱਗਦੀ ਹੈ, ਜਿਹੜੀ ਇਹਨਾਂ ਨੇ ਇੱਕ ਗੱਲ ਕਹੀ ਹੈ ਨਾ, ਦੱਸਦੇ ਵੀ ਇਹਨਾਂ ਨੇ ਕੰਮ ਬੜੇ ਕਰਾਏ, ਕਹਿੰਦੇ ਵੀ ਅਸੀਂ ਸਰਕਾਰੀ ਨੌਕਰੀਆਂ ਦਿੱਤੀਆਂ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ,
ਸਾਰੇ ਸਰਕਾਰੀ ਦਫ਼ਤਰ ਖਾਲੀ ਸੀ, ਕੋਈ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ ਸੀ। ਇਹ ਤਾਂ ਇੱਕ ਰੂਟੀਨ ਪ੍ਰੋਸੈਸ ਹੈ, ਪੁਰਾਣੇ ਬੰਦੇ ਰਿਟਾਇਰ ਹੁੰਦੇ ਨੇ, ਨਵਿਆਂ ਨੂੰ ਨੌਕਰੀਆਂ ਮਿਲਦੀਆਂ ਨੇ। ਇਹ ਨਵਾਂ ਕਿਹੜਾ ਇਹਨੇ ਆ ਕੇ ਸਿਸਟਮ ਚਾਲੂ ਕਰਤਾ ਵੀ ਸਰਕਾਰੀ ਨੌਕਰੀਆਂ ਦੇਣੀਆਂ ਇਹਨਾਂ ਨੇ ਸ਼ੁਰੂ ਕਰਤੀਆਂ। ਹਾਂ, ਇਹਨਾਂ ਨੇ ਕਿਹਾ ਸੀ 1000 ਰੁਪਏ ਮਹੀਨਾ ਹਰ ਇੱਕ ਪੰਜਾਬ ਦੀ ਬੀਬੀ ਨੂੰ ਦਿਆਂਗੇ, ਉਹ ਕਿੱਥੇ ਹੈ? ਇਹਨਾਂ ਨੇ ਕਿਹਾ ਸੀ ਹਰ ਫਸਲ ਦੇ ਉੱਤੇ ਅਸੀਂ MSP ਦਿਆਂਗੇ। ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਮੂੰਗੀ ਦੇ ਉੱਤੇ MSP ਦੇਣ ਦੀ ਗੱਲ ਕੀਤੀ, ਉਹ ਕਿਸਾਨਾਂ ਨੇ ਘਾਟੇ 'ਚ ਵੇਚੀ। ਇਹਨਾਂ ਨੇ ਕਿਹਾ ਸੀ ਕਿ ਜ਼ੀਰੋ ਬਿਜਲੀ ਦੇ ਮੀਟਰ ਬਿਜਲੀ ਆਪਣਾ ਕਰਨਗੇ, 24 ਘੰਟੇ ਬਿਜਲੀ ਆਇਆ ਕਰੇਗੀ। ਪਹਿਲਾਂ ਕਮਰਪ੍ਰੀਤ ਜੀ ਬਿਲਕੁਲ ਇਸ ਮੁੱਦੇ ਤੇ ਆਪਾਂ ਜਿਹੜਾ ਫਿਰ ਬਹਿਸ ਕਦੇ ਜਿਹੜਾ ਹੈਗਾ ਫਸਲਾਂ ਦੇ ਵਾਜਬ ਭਾਅ ਮਿਲਦੇ ਆ ਨਹੀਂ ਮਿਲਦੇ, ਵਿਕਾਸ ਕਿੰਨਾ ਕੁ ਹੁੰਦਾ, ਇਸ ਮੁੱਦੇ ਤੇ ਵੀ ਗੱਲ ਕਰਾਂਗੇ। ਮੈਂ ਤਾਂ ਇਹ ਕਹਿ ਰਿਹਾ ਸਿੱਧੂ ਸਾਹਿਬ ਵੀ ਇਹਨਾਂ ਨੇ ਜਿਹੜੇ ਕੰਮ ਕੀਤੇ ਹੀ ਨਹੀਂ ਉਹ ਵੀ ਗਿਣਾਤੇ, ਤੇ ਜਿਹੜੇ ਰੂਟੀਨ ਪ੍ਰੋਸੈਸ ਹੈ ਉਹ ਤਾਂ ਸਰਕਾਰ ਕਿਸੇ ਦੇ ਵੀ ਹੁੰਦੇ ਆ, ਕਿਸੇ ਦੀ ਵੀ ਸਰਕਾਰ ਰਹੀ ਹੈ ਉਹ ਹੁੰਦੇ ਰਹੇ, ਨੌਕਰੀਆਂ ਮਿਲਦੀਆਂ ਰਹੀਆਂ, ਲੋਕ ਰਿਟਾਇਰ ਹੁੰਦੇ ਰਹੇ, ਨਵੀਆਂ ਭਰਤੀਆਂ ਹੁੰਦੀਆਂ ਰਹੀਆਂ। ਇਹ ਕਿਹੜਾ ਕੰਮ ਕੀਤਾ ਇਹਨਾਂ ਨੇ? ਆਪਾਂ ਇੱਕ ਜਵਾਬ ਲੈ ਲੈਣੇ ਆ, ਆਪਾਂ ਜਵਾਬ ਲੈਣੇ ਆ। ਜਿਹੜੇ ਕਰਪਸ਼ਨ ਦੇ ਖਿਲਾਫ ਇਹਨਾਂ ਨੇ ਗੱਲਾਂ ਕੀਤੀਆਂ ਸੀ, ਇਹਨਾਂ ਦੇ MLA, ਇਹਨਾਂ ਦੇ ਮੰਤਰੀ ਕਰਪਸ਼ਨ ਦੇ ਵਿੱਚ ਲਿਪਤ ਨੇ। ਮੇਰੇ ਕੋਲ ਲਿਸਟ ਹੈਗੀ ਹੈ, ਅੱਧੀ ਕੁ ਤੁਸੀਂ ਸੁਣ ਲਈ ਹੈ, ਅੱਧੀ ਕੁ ਜੇ ਕਹੋ ਤਾਂ ਮੈਂ ਹੋਰ ਸੁਣਾ ਦਿੰਦਾ। ਇਹਦੀ ਕਿਹੜੀ ਗੱਲ ਹੈ? ਨਹੀਂ, ਉਹਨੀ ਲਿਸਟ ਨਾਲ ਹੀ ਆਪਾਂ ਜਵਾਬ ਲੈ ਲੈਣੇ। ਇੱਕ ਆਇਲਸ ਵਾਲੀ ਕੁੜੀ ਤੋਂ, ਇੱਕ ਆਇਲਸ ਦਾ ਸੈਂਟਰ ਚਲਾਉਂਦੀ ਕੁੜੀ ਤੋਂ ਲੱਖ ਰੁਪਏ ਮਹੀਨਾ ਇਹਨਾਂ ਦਾ MLA ਮੰਗਦਾ, ਉਹ ਫੜਿਆ ਗਿਆ। ਪਹਿਲਾਂ ਲਿਸਟ ਉਹਨਾਂ ਬਣਾਤੀ ਹੈ, ਉਹਨਾਂ ਦਾ ਜਵਾਬ ਤਾਂ ਦਿੰਦੇ ਨਹੀਂ। ਇਹ ਆਪਾਂ ਜਵਾਬ ਲੈਣੇ ਆ। ਸੰਧੂ ਸਾਹਿਬ, ਇਹ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਜਦੋਂ ਗੱਲ ਕਰੀਏ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੀ ਗੱਲ ਕਰਦੇ, ਆਪਾਂ ਗੁਜਰਾਤ ਜਾ ਕੇ ਉਹ ਕਹਿੰਦੇ ਆ, ਆਪਾਂ ਹਿਮਾਚਲ 'ਚ ਜਾ ਕੇ ਇਸ ਮੁੱਦੇ ਤੇ ਬੋਲਦੇ ਆ, ਉਹ ਕੈਬਨਿਟ ਮੰਤਰੀ ਦਾ ਨਾਮ ਲੈ ਰਿਹਾ ਹੈ, ਫੌਜਾ ਸਿੰਘ ਸਰਾਰੀ ਦੀ ਗੱਲ ਕਰੇ, ਜਿਸ ਤਰ੍ਹਾਂ ਦੀ ਆਡੀਓ ਸਾਹਮਣੇ ਆਈ ਹੈ ਉਹਦੇ ਤੱਥ ਸਾਹਮਣੇ ਆਉਣੇ ਚਾਹੀਦੇ ਹੈ। ਦੂਜੇ ਵਿਧਾਇਕਾਂ ਦਾ ਨਾਮ ਲਿਆ ਯਾਰ, ਪਿੱਛੇ ਸਾਬਕਾ ਜਿਹੜੇ ਸਿਹਤ ਮੰਤਰੀ ਆਪਾਂ ਸਾਰੇ ਜਾਣਦੇ ਉਹਨਾਂ ਦੇ ਬਾਰੇ, ਜਿਸ ਤਰ੍ਹਾਂ ਜੇਲ੍ਹ ਗਏ ਤੇ ਬਾਹਰ ਆਏ, ਉਹ ਕਹਿੰਦੇ ਵੀ ਆਪ ਕਿੱਥੋਂ ਫਿਰ ਦੋ ਧੋਤੀ ਹੈ, ਆਪ ਦੇ ਉੱਤੇ ਵੀ ਤਾਂ ਇੱਦਾਂ ਦੇ ਐਲੀਗੇਸ਼ਨ ਲੱਗ ਰਿਹਾ, ਮੰਤਰੀਆਂ ਤੇ ਵੀ ਲੱਗ ਰਿਹਾ। ਇਹ ਜਿਹੜਾ ਹੈਗਾ ਨਿਸ਼ਾਨਾ ਸਾਧਿਆ ਜਾ ਰਿਹਾ ਵਿਰੋਧੀ ਧਿਰਾਂ ਵੱਲੋਂ। ਸੰਧੂ ਸਾਹਿਬ, ਤੁਸੀਂ ਦੱਸੋ ਕਿ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਕਾਨੂੰਨ ਦੀ ਗੱਲ ਕਿੱਥੇ ਨਹੀਂ ਹੋ ਰਹੀ? ਗੱਲ ਤਾਂ ਇਹ ਹੈ ਕਿ ਭਾਵੇਂ ਸਾਡਾ ਵਿਧਾਇਕ ਹੈ, ਭਾਵੇਂ ਕੋਈ ਹੋਰ ਵਿਧਾਇਕ ਹੈ, ਜਿਹੜਾ ਕੋਈ ਗਲਤੀ ਕਰੇਗਾ ਉਹਦੇ ਤੇ ਕਾਰਵਾਈ ਹੋਏਗੀ। ਇਹਦੇ 'ਚ ਤਾਂ ਕੋਈ ਗੱਲ ਹੀ ਨਹੀਂ ਹੈਗੀ। ਕਿਹਦੇ ਤੇ ਕਾਰਵਾਈ ਕੀਤੀ ਹੈ ਦੱਸੋ? ਅਸੀਂ ਭਗਵੰਤ ਮਾਨ ਨੇ ਕਿਹਾ ਸੀ ਮੇਰੇ ਕੋਲ ਸਬੂਤ ਨੇ ਵਿਜੇ ਸਿੰਘਲਾ ਦੇ ਖਿਲਾਫ, ਉੱਥੇ ਉਹ ਬਾਹਰ ਫਿਰਦਾ। ਵਿਜੇ ਸਿੰਘਲੇ ਨੂੰ ਤੁਸੀਂ ਜ਼ਮਾਨਤ ਆਪ ਤੋਂ ਆਈ ਹੈ, ਕਿਉਂ ਨਹੀਂ ਭਗਵੰਤ ਮਾਨ ਆਪ ਪਾਰਟੀ ਬਣ ਕੇ ਮੁੱਖ ਮੰਤਰੀ ਬਣ ਕੇ ਮੁੱਖ ਮੰਤਰੀ ਨੇ ਕਿਹਾ ਸੀ ਮੇਰੇ ਕੋਲ ਸਬੂਤ ਨੇ, ਕਿਉਂ ਨਹੀਂ ਦਿੱਤੇ? ਆਪਾਂ ਫੌਜਾ ਸਿੰਘ ਸਰਾਰੀ ਬਾਰੇ, ਸੰਧੂ ਸਾਹਿਬ ਫੌਜਾ ਸਿੰਘ ਸਰਾਰੀ ਬਾਰੇ ਕਹਿਣਾ ਚਾਹੁੰਦੇ ਹਾਂ। ਨਹੀਂ ਕਹਿਣਾ ਗੱਲ ਵੇਖੋ, ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦਾ ਕਲੀਅਰ ਤਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਕਰਨੀਆਂ ਨੇ ਜੀ। ਹਰ ਇੱਕ ਗੱਲ ਵਿਸ਼ਾ ਜਿਹੜਾ ਕੋਈ ਇਹ ਨਹੀਂ ਵੀ ਅੱਧ ਵਾਟੇ ਰਹਿ ਜਾਣੀ ਹੈ, ਇਹ ਤਾਂ ਬਿਲਕੁਲ ਅਸੀਂ ਕਲੀਅਰ ਕਰਨੀਆਂ ਨੇ, ਕਿਉਂਕਿ ਕੋਈ ਵੀ ਜਿਹੜਾ ਗਲਤੀ ਕਰੇਗਾ, ਜੇਕਰ ਗਲਤੀ ਪਾਈ ਜਾਂਦੀ ਹੈ ਉਹਨੂੰ ਸਜ਼ਾ ਮਿਲੇਗੀ ਬਕਾਇਦਾ। ਰਾਜਾਂ ਤੋਂ ਬਾਅਦ ਕਰਨਾ। ਸੰਧੂ ਸਾਹਿਬ, ਜਿੱਦਾਂ ਪ੍ਰੋਫੈਸਰ ਮੀਤ ਸਿੰਘ ਉਹਨਾਂ ਨੇ ਕਿਹਾ ਕਿ ਜਦੋਂ 92 ਵਿਧਾਇਕਾਂ ਲਈ ਸਿਲੈਕਸ਼ਨ ਲਈ ਕਮੇਟੀ ਬਣੀ ਚੋਣ ਲਈ, ਉਹ ਕਮੇਟੀ ਇਸ ਢੰਗ ਨਾਲ ਬਣੀ ਕਿ ਜਿਹਦੇ ਕਰਕੇ ਹੁਣ ਇਹ ਜਿਹੜਾ ਸਾਰੇ ਨਤੀਜੇ ਭੁਗਤਣੇ ਪੈ ਰਹੇ ਆ, ਉਹ ਕਹਿੰਦੇ ਬੁਨਿਆਦ ਹੀ ਇਸ ਤਰੀਕੇ ਦੀ ਰੱਖੀ ਗਈ ਪਹਿਲਾਂ ਹੀ। ਕਮੇਟੀ ਕਿਵੇਂ ਜੀ? ਉਹ ਛੱਡੋ ਗੱਲ। ਸਿਲੈਕਸ਼ਨ ਕਮੇਟੀ, ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਵੀ ਜਿਹੜੀ ਵਿਧਾਇਕਾਂ ਲਈ ਕਮੇਟੀ ਸਿਲੈਕਸ਼ਨ ਕਮੇਟੀ ਬਣੀ, ਬਰਾਈਬ ਕਰਨ ਦੀ ਗੱਲ ਕਰਦੇ ਆ, ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਲਿਆਂਦਾ ਗਿਆ, ਉਹਦੀ ਵਜ੍ਹਾ ਹੀ ਆ ਜਿਹੜੇ ਅੱਜ ਇੱਕ ਕਰਕੇ ਵਿਧਾਇਕ ਥੜਕਦੇ ਨਜ਼ਰ ਆ ਰਹੇ ਆ। ਨਹੀਂ ਵੇਖੋ, ਇਹ ਗੱਲ ਹੈ ਕਿ ਜੇ ਲੋਕਾਂ ਨੇ ਚੁਣੇ ਨੇ, ਜੇ ਅੱਛੇ ਲੋਕ ਸਨ ਤਾਂ ਹੀ ਲੋਕਾਂ ਨੇ ਚੋਣ ਕੀਤੀ ਹੈ। ਉਦੋਂ ਕਾਂਗਰਸੀਆਂ ਨੂੰ, ਅਕਾਲੀਆਂ ਨੂੰ ਕਿਉਂ ਨਾ ਚੁਣ ਦਿੱਤਾ ਹੋਇਆ ਸੀ ਦੇਸ਼ ਨੂੰ? ਆ ਘਟਾਲਿਆਂ ਦੀ ਤੁਸੀਂ ਵੇਖ ਲਓ, ਨਿੱਤ ਤਾਂ ਇਹਨਾਂ ਦੇ ਰੋਜ਼ ਘਟਾਲੇ ਨਿਕਲਦੇ ਨੇ। ਕਾਂਗਰਸ ਵਾਲੇ ਤਾਂ ਵਿਚਾਰੇ ਗੱਲ ਹੀ ਨਹੀਂ ਕਰ ਸਕਦੇ। ਜਿਹੜਾ ਆਪਦੇ ਆਸ਼ੂ ਜੀ, ਤੁਹਾਨੂੰ ਪਤਾ ਨਾ, ਆਸ਼ੂ ਦੇ ਮਗਰ ਇਹ ਤਾਂ ਇਹਨਾਂ ਨੂੰ ਸਗੋਂ ਘਟਾਲੇਬਾਜ਼ ਲੋਕਾਂ ਨੂੰ ਬਚਾਉਣ ਵਾਸਤੇ ਧਰਨੇ ਦਿੰਦੇ ਨੇ। ਤੁਹਾਨੂੰ ਪਤਾ ਹੈ ਕਿ ਸਾਧੂ ਸਿੰਘ ਧਰਮਸੋਤ ਦਾ ਜਦੋਂ ਆਇਆ ਸੀ, ਇਹ ਮੁੱਖ ਮੰਤਰੀ ਦੀ ਕੋਠੀ ਪਹੁੰਚ ਗਏ ਸੀ, ਉਹਨੂੰ ਬਚਾਉਣ ਵਾਸਤੇ ਧਰਨਾ ਲਾ ਲਿਆ ਸੀ ਇਹਨਾਂ ਨੇ। ਇਸ ਕਰਕੇ ਘਟਾਲੇਬਾਜ਼ਾਂ ਦੇ ਹਮੈਤੀ ਨੇ, ਇਸ ਕਰਕੇ ਇਹਦੇ ਵਿੱਚ ਕਿੱਥੇ ਵਿਚਾਰੇ ਗੱਲ ਕਰ ਸਕਦੇ? ਤੁਹਾਡੇ ਦੋਨਾਂ ਦੇ ਵਿਊ ਪੁਆਇੰਟ ਆ ਗਏ। ਆਪਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਤੋਂ ਜਵਾਬ ਲੈ ਲਈਏ, ਕਾਫੀ ਦੇਰ ਦੇ ਸਬਰ ਨਾਲ ਇੰਤਜ਼ਾਰ ਕਰ ਰਹੇ ਜੀ। ਗੱਲ ਕਰਦੇ ਸਨ ਕਿ ਅਕਾਲੀਆਂ ਨੂੰ ਨਹੀਂ ਪੁੱਛਦੇ, ਅਕਾਲੀਆਂ ਕਿਉਂ ਨਹੀਂ ਕਾਰਵਾਈ ਕਰਦੇ? ਆ ਗਈ ਨਾ ਸਿੱਖਾਈ ਘਟਾਲੇ ਵਾਲੀ ਗੱਲ, ਫਾਲਤੂ ਗੱਲਾਂ ਨੇ, ਕੋਈ ਨਹੀਂ ਬਚੂਗਾ। ਐਪਲੀਕੇਸ਼ਨ ਦਵਾਤੀ। ਸੰਧੂ ਸਾਹਿਬ, ਤੁਹਾਡੀ ਗੱਲ ਆ ਗਈ। ਸੰਧੂ ਸਾਹਿਬ, ਹਰਪ੍ਰੀਤ ਜੀ, ਤੁਹਾਡਾ ਦੋਨਾਂ ਦੇ ਵਿਊ ਪੁਆਇੰਟ ਆ ਗਿਆ। ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਕਹਾਂਗਾ, ਇਸ ਮੁੱਦੇ ਦੇ ਉੱਤੇ ਜੋ ਭ੍ਰਿਸ਼ਟਾਚਾਰ ਵਿਰੁੱਧ ਇੱਕ ਪ੍ਰੋਫੈਸਰ ਲੜਾਈ ਲੜੀ ਜਾ ਰਹੀ ਹੈ, ਇੱਕ ਅਹਿਮ ਸਵਾਲ ਜਿਹੜਾ, ਕਿਉਂਕਿ ਸਾਰੇ ਜਿੱਦਾਂ ਮੈਂ ਕਿਹਾ ਦੁਨੀਆ ਭਰ 'ਚ ਬੈਠੇ ਲੋਕ ਤੁਹਾਨੂੰ ਦੇਖ ਰਹੇ ਆ, ਸੁਣ ਰਹੇ ਆ, ਇੱਕ ਲੜਾਈ ਆ ਭ੍ਰਿਸ਼ਟਾਚਾਰ ਦੇ ਖਿਲਾਫ, ਜਿਹੜੀ ਆਗੂਆਂ ਦੀ ਗੱਲ, ਖਰੀਦੋ ਫਰੋਖਤ ਦੀ ਗੱਲ। ਮੈਂ ਇੱਕ ਸਵਾਲ ਪ੍ਰੈਸ ਆਮ ਲੋਕਾਂ ਲਈ ਲੈਣਾ ਚਾਹੁੰਦਾ ਹਾਂ, ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ
ਲੜਾਈ ਲੜੀ ਜਾ ਰਹੀ ਹੈ, ਵਿਰੋਧੀ ਧਿਰਾਂ ਵੱਲੋਂ ਇੱਕ ਦੂਜੇ ਤੇ ਐਲੀਗੇਸ਼ਨ ਲਗਾਏ ਜਾ ਰਹੇ ਹੈ ਕਿ ਪੰਜਾਬ ਦੇ ਅੰਦਰ ਇਸ ਦਾ ਜਿਹੜਾ ਆਮ ਲੋਕ ਹੈਗੇ ਆ, ਜਨ ਸਧਾਰਨ ਹੈਗੇ ਆ, ਉਹਨਾਂ ਨੂੰ ਭ੍ਰਿਸ਼ਟਾਚਾਰ ਤੋਂ ਨਿਜਾਤ ਦਾ ਰਾਹਤ ਮਿਲਦੀ ਕਿਤੇ ਨਜ਼ਰ ਆਏਗੀ? ਕਿਉਂਕਿ ਸਭ ਤੋਂ ਵੱਧ ਪੀੜਤ ਆ ਉਹ ਹੈ ਸਿਸਟਮ ਦੇ ਅੰਦਰ। ਦੇਖੋ, ਜਿਹੜੀ ਸਿਸਟਮ ਦੇ ਹੱਡਾਂ 'ਚ ਜਾਂ ਖੂਨ 'ਚ ਭ੍ਰਿਸ਼ਟਾਚਾਰੀ ਰਚ ਜਾਏ, ਉਹਨੂੰ ਕੱਢਣਾ ਬਹੁਤ ਔਖਾ। ਉਹ ਇੰਨੀ ਮਤਲਬ ਮਜ਼ਬੂਤ ਹੁੰਦੀ ਆ ਜਿਵੇਂ ਹੌਲੀ ਹੌਲੀ ਰੌਕਸ ਹੋ ਜਾਂਦੀਆਂ, ਚਟਾਨਾਂ ਹੁੰਦੀਆਂ। ਉਹਨੂੰ ਤੁਸੀਂ ਜਿੰਨੀ ਉਹ ਦੇਰ 'ਚ ਪੈਦਾ ਹੋਈ ਆ, ਕੁਝ ਸਮਾਂ ਤੇ ਉਹਨੂੰ ਖਤਮ ਕਰਨ ਲਈ ਲੱਗੂਗਾ। ਜੇ ਤੁਸੀਂ ਕਹੋ ਕਿ ਜਾਦੂ ਦੀ ਛੜੀ ਨਾਲ ਕੁਝ ਕਰ ਦਾਂਗੇ, ਤਾਂ ਉਹ ਤੁਹਾਨੂੰ ਹੀ ਚੱਕ ਕੇ ਪਰਾਂ ਮਾਰਨਗੇ। ਜਿਹੜੀ ਸਰਕਾਰ ਚੁਣੀ ਹੋਈ ਆ ਉਹਦਾ ਹੀ ਪੱਠਾ ਬਿਠਾ ਦੇਣਗੇ ਵਿੱਚੋਂ, ਅੰਦਰੋਂ ਤਾਰ ਪੀਡੋ ਕਰਕੇ। ਇਸ ਲਈ ਇੰਨਾ ਸੌਖਾ ਕੰਮ ਨਹੀਂ। ਪਰ ਇਹ ਗੱਲ ਅਲੱਗ ਹੈ ਕਿ ਭ੍ਰਿਸ਼ਟਾਚਾਰ ਦਾ ਮੁੱਖ ਪਲੈਂਕ ਲੈ ਕੇ ਹੀ ਬਾਰ-ਬਾਰ ਆਮ ਆਦਮੀ ਪਾਰਟੀ ਜਿਹੜੀ ਸਿਆਸਤ 'ਚ ਉਤਰੀ ਹੈ। ਅਤੇ ਹੁਣ ਜੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਤਾਂ ਉਨਾ ਹੀ ਉਹਨਾਂ 'ਤੇ ਇੱਕ ਜਵਾਬਦੇਹੀ ਵੀ ਵੱਡੀ ਬਣਦੀ। ਮੈਂ ਦੂਜੀ ਗੱਲ ਕਰਨ ਲੱਗਾ, ਤੁਸੀਂ ਜਿਹੜਾ ਇਹ ਅੱਜ ਮੁੱਦਾ ਛੇੜਿਆ, ਫਿਰ ਇਹਨੂੰ ਥੋੜ੍ਹਾ ਜਿਹਾ ਸੀਰੀਅਸਲੀ ਸੋਚੋ ਕਿ ਕੀ ਇਸ ਦੇਸ਼ ਦੇ ਅੰਦਰ ਇਹ ਜਿਹੜਾ ਲੋਕਤੰਤਰ, ਅਸੀਂ ਸੰਵਿਧਾਨਿਕ ਲੋਕਤੰਤਰ ਦੇ ਵਿੱਚ ਰਹਿ ਰਹੇ ਹਾਂ, ਇਹ ਚੱਲੂ ਕਿ ਇੰਝ ਹੀ ਡੁੱਬ ਜੂਗਾ? ਮੈਨੂੰ ਇਹ ਲੱਗ ਰਿਹਾ ਕਿ ਜਿਸ ਪੱਧਰ ਤੇ ਅਸੀਂ ਹੁਣ ਆ ਗਏ ਹਾਂ, ਜਿਸ ਮੋੜ ਤੇ ਅਸੀਂ ਆ ਗਏ ਹਾਂ, ਮਾੜਾ ਜਿਹਾ ਇਹਨੂੰ ਧੱਕਾ ਮਾਰੋਗੇ ਤੇ ਇਹ ਡਿੱਗ ਪੈਣਾ। ਪ੍ਰਸਾ ਬਹੁਤ ਵੱਡਾ ਸਵਾਲ ਹੈ। ਮੇਰੀ ਬੇਨਤੀ ਹੈ, ਬਿਲਕੁਲ ਜਵਾਬ ਬਹੁਤ ਵੱਡਾ ਸਵਾਲ ਮੈਨੂੰ ਗੱਲ ਪੂਰੀ ਕਰਨ ਦਿਆ ਕਰੋ। ਤੁਸੀਂ ਥੈਂਕ ਯੂ ਵਿੱਚ ਵੈਰੀ ਮੱਚ ਨਾ ਕਰ ਦਿਓ। ਜੀ ਹਾਂ, ਮੈਂ ਬੈਠਾ ਰਿਹਾ। ਜੀ ਸਵਾਲ ਮੇਰਾ ਇੰਨਾ ਆ ਕਿ ਤੁਸੀਂ ਜਦੋਂ ਸਿਆਸਤ ਸੇਵਾ ਤੋਂ ਤਜਾਰਤ ਬਣ ਜਾਏ, ਇਸ ਵੇਲੇ ਤਾਂ ਬਿਲਕੁਲ ਤਜਾਰਤ ਆ। ਕੋਈ ਵੀ ਜਿਹੜਾ ਸੇਵਾ ਕਹਿ ਕੇ ਉਹਦਾ ਸਭ ਤੋਂ ਵੱਡਾ ਤਜਾਰਤੀ ਉਹ ਹੈ, ਉਹ ਬਣਿਆ ਹੋਇਆ। ਤਾਂ ਉਹ ਭਾਵੇਂ ਤੁਸੀਂ ਗੁਠਲੀਆਂ ਖਰੀਦ ਲਓ, ਭਾਵੇਂ ਤੁਸੀਂ ਬੂਟੇ ਖਰੀਦ ਲਓ, ਤੇ ਭਾਵੇਂ ਤੁਸੀਂ ਬਾਅਦ ਵਿੱਚ ਜਿਹੜੇ ਆ ਫਲਾਂ ਦੇ ਵੱਲ ਧਿਆਨ ਦੇ ਲਓ। 100 ਦੇ ਕਰੀਬ ਕਾਂਗਰਸ ਦੇ ਬੰਦੇ ਡਿਫੈਕਟ ਹੋ ਕੇ ਬੀਜੇਪੀ 'ਚ ਬੈਠੇ ਜਿਹੜੇ MP ਬਣੇ ਹੋਏ ਆ। ਫਿਰ ਯਾਰ ਕਾਹਦੀਆਂ ਪਾਰਟੀਆਂ ਰਹੀਆਂ ਇਹ, ਕਿਸ ਤਰ੍ਹਾਂ ਦੀਆਂ ਰਹੀਆਂ? ਆ 5 ਦੇ ਜਿਹੜੇ MP ਹੈ, ਆ ਜਿਹੜੇ ਮਿਨਿਸਟਰ ਸੀਗੇ, ਉਹ ਪਤਾ ਹੀ ਨਹੀਂ ਲੱਗਾ ਰਾਤੋਂ ਰਾਤ ਜਾ ਕੇ ਕਿਹੜਾ ਕਾਂਗਰਸ ਨੇ ਉਹਨਾਂ ਨੂੰ ਕੋਲੋਂ ਇੰਨਾ ਉਹਨਾਂ ਦਾ ਬੁਰਾ ਕੀਤਾ ਸੀ ਕਿ ਜਾ ਕੇ ਬੀਜੇਪੀ 'ਚ ਬਹਿ ਗਏ। ਤਜਾਰਤ ਬਣ ਗਈ, ਆਪਾਂ ਮੰਨ ਲਈਏ ਨਾ। ਇਹੀ ਲੰਬੀ ਹੋ ਸਕਦੀ ਹੈ। ਬਿਲਕੁਲ ਇਸ ਕਰਕੇ ਇਹ ਕਿਸੇ ਦੀ ਵੱਸ ਦੀ ਗੱਲ ਨਹੀਂ। ਔਰ ਵਿੱਚੇ ਮੈਂ ਗੱਲ ਇਹ ਵੀ ਕਹਿ ਦੂੰ ਕਿ ਮੀਡੀਆ ਵੀ ਇਹਨਾਂ ਗੱਲਾਂ ਦੇ ਉੱਤੇ ਜ਼ਿਆਦਾ ਬਹਿਸ ਕਰਵਾਉਂਦਾ ਜਿਹੜੀਆਂ ਅੱਜ ਅਸੀਂ ਕਰ ਰਹੇ ਹਾਂ, ਨਾ ਕਿ ਜਿਹੜੀਆਂ ਫੰਡਾਮੈਂਟਲ ਗੱਲਾਂ ਤੇ ਆਪਣੀ ਜ਼ਿੰਮੇਵਾਰੀ ਕੌਮ ਦੇ ਪ੍ਰਤੀ, ਦੇਸ਼ ਦੇ ਪ੍ਰਤੀ, ਲੋਕਤੰਤਰ ਤੇ ਸੰਵਿਧਾਨ ਦੇ ਪ੍ਰਤੀ ਨਿਭਾਉਂਦੇ ਹੋਏ ਇਹਨਾਂ ਤੇ ਬਹਿਸ ਕਰਵਾਏ। ਤੁਹਾਡੀ ਗੱਲ ਆ ਗਈ, ਬਿਲਕੁਲ ਤੁਹਾਡੀ ਗੱਲ ਆ ਗਈ। ਦੇਖੋ, ਜਦੋਂ ਮੀਡੀਆ ਦੀ ਗੱਲ ਹੁੰਦੀ ਹੈ, ਇਹ ਦੇਸ਼ ਦੇ ਨੇਤਾ ਕੀ ਕਰਦੇ ਆ, ਦੇਸ਼ ਦਾ ਪਾਰਲੀਮੈਂਟਰੀ ਸਿਸਟਮ ਕੀ ਕਰਦਾ ਹੈ, ਅਦਾਲਤਾਂ, ਕਨਸਟੀਟਿਊਸ਼ਨਲ ਬੈਂਚ ਕੀ ਕਰਦੇ ਹੈਗੇ ਆ, ਉਹ ਬਹੁਤ ਕੁਝ ਮੀਡੀਆ ਵੱਲੋਂ ਪ੍ਰਗਟਾਵਾ ਕੀਤਾ ਜਾਂਦਾ। ਮੀਡੀਆ 'ਚ ਵੀ ਆਪਣੀ ਪੀੜ੍ਹੀ ਹੇਠਾਂ, ਜਿੱਦਾਂ ਆਪਾਂ ਕਹਿੰਦੇ ਹਾਂ, ਸੋਟਾ ਫੇਰਨ ਦੀ ਜ਼ਰੂਰਤ ਹੈ, ਪਰ ਮੀਡੀਆ ਉਹੀ ਕੁਝ ਲੈਂਦਾ ਹੈ ਜੋ ਕੁਝ ਇਹ ਸਮਾਜ ਦੇ ਵਿੱਚ ਵਿਚਰ ਰਿਹਾ ਜਾਂ ਕੁਝ ਅਸੀਂ ਦੇਖ ਰਹੇ ਹਾਂ। ਇਹਦੇ ਲਈ ਬਹੁਤ ਕੁਝ ਜਿਹੜਾ ਹੈਗਾ, ਇਹਦੇ 'ਤੇ ਡਿਸਕਸ਼ਨਾਂ ਲੰਮੀਆਂ ਹੋ ਸਕਦੀਆਂ, ਆਪਣੇ ਕੋਲ ਸਮਾਂ ਨਹੀਂ। ਫਿਰ ਕਿਸੇ ਮੁੱਦੇ 'ਤੇ ਆਪਾਂ ਚਰਚਾ ਕਰ ਸਕਦੇ ਹਾਂ। ਸੰਧੂ ਸਾਹਿਬ, ਜਿਹੜੀ ਜਿਸ ਮੁੱਦੇ 'ਤੇ ਪ੍ਰੈਸ ਸਾਹਿਬ ਨੇ ਜਿਸ ਦਾ ਜ਼ਿਕਰ ਕੀਤਾ ਹੈ, ਕੀ ਲੱਗਦਾ ਹੈ ਕਿ ਵਾਕਈ ਜਿਹੜਾ ਹੈਗਾ ਜਮਹੂਰੀਅਤ ਲਈ ਬਹੁਤ ਵੱਡਾ ਖਤਰਾ ਹੈ ਜੇ ਨਾ ਸੰਭਲੇ, ਜਿੱਦਾਂ ਦੀ ਸਥਿਤੀ ਬਣੀ ਵੀ ਹੈ? 2 ਲਾਈਨਾਂ ਦਾ ਕਮੈਂਟ ਆਪਾਂ ਲੰਬੀ ਬਹਿਸ ਕਰ ਸਕਦੇ ਹਾਂ, ਪਰ ਮਜਬੂਰੀ ਆ ਸਮੇਂ ਦੀ। ਸਿੱਧੂ ਸਾਹਿਬ, ਜਦੋਂ ਵੱਡੇ ਘਟਾਲਿਆਂ ਦੀ ਗੱਲ ਆਉਂਦੀ ਸੀ ਨਾ, ਵੀ ਨੋਟਬੰਦੀ ਹੋਈ ਏ, ਪੈਸੇ ਇੰਨਾ ਵੱਡਾ ਘਟਾਲਾ, ਉਹ ਪੈਸੇ ਗਏ ਕਿੱਥੇ? ਆਪਾਂ ਇਸੇ ਤਰੀਕੇ ਨਾਲ ਜਦੋਂ ਪ੍ਰਧਾਨ ਮੰਤਰੀ ਰਾਹਤ ਕੋਸ਼ ਫੰਡ, ਉਹਦੇ ਪੈਰਲਲ ਜਿਹੜਾ ਪ੍ਰਧਾਨ ਮੰਤਰੀ ਹੈਲਥ ਕੇਅਰ ਫੰਡ ਬਣਾਇਆ ਗਿਆ ਸੈਂਟਰ ਵੱਲੋਂ, ਆਪਾਂ ਕਹਿੰਦੇ ਆ ਵੀ ਉਹਦੀ RTI ਵੀ ਖਤਮ ਕਰ ਦਿਓ, ਤੇ ਉਹ ਪੈਸੇ ਗਏ ਕਿੱਥੇ? ਸੋ ਇਸ ਤਰ੍ਹਾਂ ਦੇ ਜਿਹੜਾ ਵੱਡੀਆਂ ਗੱਲਾਂ ਜਿਹੜੀਆਂ ਆਉਂਦੀਆਂ ਨੇ ਸਾਹਮਣੇ, ਜ਼ਿਆਦਾ ਸਵਿਸ ਬੈਂਕ ਵਿੱਚ ਚਲੇ ਜਾਂਦੇ ਨੇ, ਤੇ ਜਾਂ ਉਹ ਪੈਸੇ ਜਿਹੜੇ ਨੇ ਇਹਨਾਂ ਕੰਮਾਂ ਵਾਸਤੇ ਉਹ ਲਾਏ ਜਾਂਦੇ ਨੇ। ਤੇ ਦੂਜੀ ਗੱਲ, ਜਿਹੜੇ ਵੱਡੇ ਕਾਰਪੋਰੇਟ ਘਰਾਣੇ ਇਸ ਕੰਮ ਲਈ ਲਾਏ ਹੋਏ ਨੇ, ਜਿਨ੍ਹਾਂ ਨੂੰ ਵੱਡੇ ਫਾਇਦੇ ਦਿੱਤੇ ਜਾ ਰਹੇ ਨੇ। ਠੀਕ ਹੈ ਸੰਧੂ ਸਾਹਿਬ, ਦੇਖੋ ਸਾਰੀ ਗੱਲ ਜਿਹੜੀ ਹੈਗੀ ਆ ਵੱਡੇ ਘਰਾਣਿਆਂ ਦੀ ਗੱਲ ਕਰਦੇ ਆ, ਬਹੁਤ ਸਿਸਟਮ ਬਹੁਤ ਹੈ, ਸਿਸਟਮ 'ਚ ਬਹੁਤ ਕੁਝ ਹੈ, ਤੇ ਉਹਨਾਂ ਦਾ ਨਤੀਜਾ ਤਾਂ ਇਹ ਹੋਣਾ ਹੀ ਸੀ। ਇਸ ਕਰਕੇ ਇਹ ਅਜਿਹੀ ਕੋਸ਼ਿਸ਼ ਵਿੱਚ ਨੇ। ਮੇਰੇ ਖਿਆਲ 'ਚ ਭਾਰਤ ਦੇ ਲੋਕਾਂ ਨੂੰ ਇਕੱਠੇ ਹੋ ਕੇ ਇਹਨੂੰ ਬਚਾਉਣ ਵਾਸਤੇ ਉਪਰਾਲੇ ਕਰਨੇ ਪੈਣਗੇ। ਜੀ ਹਰਪ੍ਰੀਤ ਜੀ, 2 ਲਾਈਨਾਂ ਦਾ ਕਮੈਂਟ, ਮੈਂ ਸਮਾਂ ਵੀ ਨਹੀਂ ਜ਼ਰੂਰ ਲੈਣਾ ਚਾਹਾਂਗਾ ਕਿ ਜਮਹੂਰੀਅਤ ਲਈ ਜੋ ਮੌਜੂਦਾ ਪ੍ਰਸਥਿਤੀ ਬਣੀ ਹੈ, ਪ੍ਰੋਫੈਸਰ ਮਨਜੀਤ ਸਿੰਘ ਨੇ ਸਵਾਲ ਖੜਾ ਕੀਤਾ ਹੈ, ਇਹ ਬਹੁਤ ਵੱਡਾ ਖਤਰਾ। ਇਹਨੂੰ ਰਲ ਕੇ ਜਿਹੜਾ ਹੈਗਾ ਟਾਕਰਾ ਕਰਨ ਦੀ ਜ਼ਰੂਰਤ ਹੈ। ਕੋਈ ਹਾਈਟ ਡਾਊਨ ਦਾ ਖਤਰਾ ਕਿ ਜਾਂ ਰਾਜਸੀ ਪਾਰਟੀਆਂ ਵੱਲੋਂ ਖਤਰਾ ਖੜਾ ਕੀਤਾ ਗਿਆ? 2 ਲਾਈਨਾਂ, ਆਈ ਐਮ ਸੌਰੀ ਕਿ ਲੰਬੀ ਗੱਲ ਹੋਏਗੀ ਨਹੀਂ ਬਿਲਕੁਲ ਸਰ, ਇਸ ਤਰ੍ਹਾਂ ਹੈ। ਦੇਖੋ, ਗੱਲ ਇਹ ਹੈ ਕਿ ਜੇ ਤਾਂ ਇਹਦੇ ਵਿੱਚ ਕੋਈ ਰੱਤੀ ਭਰ ਦੀ ਸੱਚਾਈ ਹੈ ਤਾਂ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਸ ਹਾਰਸ ਟ੍ਰੇਡਿੰਗ ਦੀ ਨਿੰਦਾ ਕਰਦੇ ਹਾਂ।
ਤੇ ਜੇਕਰ ਇਹ ਮਾਮਲਾ ਜਿਹੜਾ ਸਕ੍ਰਿਪਟਡ ਹੈ ਜਿਸ ਤਰੀਕੇ ਨਾਲ ਇਹ ਲੱਗ ਰਿਹਾ ਹੈ ਔਰ ਆਪਾਂ ਸਾਰੇ ਇਸ ਗੱਲ ਬਾਰੇ ਚਰਚਾ ਕਰ ਰਹੇ ਹਾਂ, ਤਾਂ ਇਹ ਉਦੋਂ ਵੀ ਮਾੜੀ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ, ਕਿਉਂਕਿ ਇਹ ਸ਼ੱਕ ਤਾਂ ਵੀ ਪੈਂਦਾ ਕਿਉਂਕਿ ਇਹ ਝੂਠੇ ਪ੍ਰਚਾਰ ਦੀ ਪਾਰਟੀ ਹੈ। ਜੀ ਤੁਹਾਡੀ ਗੱਲ ਪ੍ਰਚਾਰ ਕੀਤਾ। ਹੁਣ ਭਗਵੰਤ ਮਾਨ ਸਾਹਿਬ ਉੱਥੇ ਜਾ ਕੇ ਜਰਮਨੀ ਜਾ ਕੇ ਕਹਿੰਦੇ BMW, ਚਲੋ ਆਪਾਂ ਜਰਮਨੀ ਦੀ ਗੱਲ ਫੇਰ ਕਰ ਲਾਂਗੇ। BMW ਕਹਿੰਦੀ ਅਸੀਂ ਲੈਣਾ ਨਹੀਂ, ਇਹਨਾਂ ਦੇ ਹਰਪ੍ਰੀਤ ਜੀ ਸਮਾਂ ਨਹੀਂ ਆ। ਥੈਂਕ ਯੂ ਵੈਰੀ ਮਚ ਗੁਰਸ਼ਾ ਜੀ। 2 ਲਾਈਨਾਂ ਦਾ ਕਮੈਂਟ, ਕਿਉਂਕਿ ਆਪਾਂ ਦੇਸ਼ ਦੇ ਸੱਤਾ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਵਾਕਈ ਦੇਸ਼ ਦੇ ਅੰਦਰ ਲੋਕਤੰਤਰ ਜਾਂ ਜਮਹੂਰੀਅਤ ਨੂੰ ਖਤਰਾ ਜੋ ਪ੍ਰਸਥਿਤੀਆਂ ਬਣੀਆਂ ਜੀ ਬਿਲਕੁਲ ਜੀ, ਜਿੱਦਾਂ ਦਾ ਇਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਨਾ, ਬਿਲਕੁਲ ਚੁਣੇ ਹੋਏ ਨੁਮਾਇੰਦੇ ਸਰਕਾਰਾਂ ਦੇ ਵਿੱਚ ਰਹਿ ਕੇ ਜਦੋਂ ਇਦਾਂ ਦੀ ਗੱਲ ਕਰਦੇ ਜਮਹੂਰੀਅਤ ਨੂੰ ਖਤਰਾ ਹੈ। ਪਰ ਅੱਜ ਦੀ ਡਿਬੇਟ ਤੋਂ ਇਹ ਜ਼ਰੂਰ ਨਿਕਲ ਕੇ ਆਇਆ ਕਿ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਕੋਲ ਜਵਾਬ ਨਹੀਂ ਹੈਗਾ, ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਪਾਏ। ਪਰ ਅਸੀਂ ਤੁਹਾਨੂੰ ਅੱਜ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਸੰਕਲਪ ਇਸ ਗੱਲ ਦੀ ਸੱਚਾਈ ਤੱਕ ਲੈ ਕੇ ਆਵਾਂਗੇ ਕਿ ਇਹਨਾਂ ਦੇ ਪਿੱਛੇ ਕਾਰਨ ਕੀ ਹੈ, ਸਕ੍ਰਿਪਟਡ ਲੈ ਕੇ ਆਵਾਂਗੇ ਵੀ ਇਹ ਸਕ੍ਰਿਪਟਡ ਹੈ ਸਾਰੀ ਚੀਜ਼ਾਂ। ਧੰਨਵਾਦ ਸਾਰੇ ਮਹਿਮਾਨਾਂ ਦਾ, ਬਹੁਤ ਬਹੁਤ ਧੰਨਵਾਦ। ਪੰਜਾਬ 'ਚ ਜਿਸ ਤਰੀਕੇ ਨਾਲ ਵੱਡੀ ਪੱਧਰ ਤੇ ਰਾਜਸੀ ਘਮਸਾਨ ਮਚਿਆ ਹੋਇਆ, ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਹੋਰ ਮੁੱਦਿਆਂ ਤੇ ਗੱਲ ਕਿਉਂ ਨਹੀਂ ਹੋ ਸਕਦੀ, ਕਿਵੇਂ ਹੋ ਸਕਦੀ ਹੈ ਹੋਰ ਮੁੱਦਿਆਂ ਤੇ ਗੱਲ, ਕਿਉਂਕਿ ਜਿਨ੍ਹਾਂ ਲੋਕਾਂ ਨੇ 92 ਵਿਧਾਇਕ ਜਿਤਾ ਕੇ ਭੇਜੇ, ਉਹੀ ਧਿਰ ਕਹਿ ਰਹੀ ਹੈ ਕਿ ਸਾਡੇ ਵਿਧਾਇਕਾਂ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ। ਆਖਰ ਲੋਕਾਂ ਦੇ ਸਾਹਮਣੇ, ਪੰਜਾਬ ਦੇ ਸਾਹਮਣੇ ਸੱਚ ਆਉਣਾ ਚਾਹੀਦਾ ਹੈ। ਸੱਚ ਕੀ ਹੈ ਔਰ ਕਿਹਦੀ ਖਰੀਦੋ ਫਰੋਖਤ ਹੈ? ਜਿੱਦਾਂ ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਕਿ ਜਨਤਾ ਸਭ ਜਾਣਦੀ ਹੈ, ਨਹੀਂ ਆਏਗਾ ਤਾਂ ਫਿਰ ਲੋਕ ਇਹ ਸੱਚ ਦਾ ਨਿਤਾਰਾ ਲਾਜ਼ਮੀ ਕਰਨਗੇ। ਇਹਨਾਂ ਮੁੱਦਿਆਂ ਦੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਆਪਣੇ ਮਹਿਮਾਨਾਂ ਦਾ ਮੁੜ ਧੰਨਵਾਦੀ ਹਾਂ ਤੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।